ਦਿਸ਼ਾ ਪਰਿਵਰਤਨ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਲਈ ਤੁਹਾਡਾ ਸਾਰਿਆਂ ਦਾ ਦਿਲ ਤੋਂ ਸਵਾਗਤ ਹੈ। ਦੋਸਤੋ, ਮੈਂ ਤੁਹਾਨੂੰ ਯਾਦ ਕਰਵਾਉਣਾ ਚਾਹੁੰਦਾ ਹਾਂ ਕਿ ਦਿਸ਼ਾ ਪਰਿਵਰਤਨ ਦਾ ਸਾਡਾ ਇਹ ਅਧਿਐਨ ਅਸੀਂ ਮਸੀਹੀ ਵਿਸ਼ਵਾਸ ਦੀਆਂ ਮੁੱਢਲੀ ਗੱਲਾਂ ਦੇ ਅਧੀਨ ਕਰਦੇ ਆ ਰਹੇ ਹਾਂ। ਇਸ ਦੇ ਅਸੀਂ ਆਪਣੇ ਪਿਛਲੇ ਪ੍ਰੋਗਰਾਮ ਤੋਂ ਇਸ ਗੱਲ ਦੇ ਉੱਤੇ ਗੌਰ ਕੀਤਾ ਕਿ ਬਾਈਬਲ ਕਲੀਸਿਆਈ ਮੈਂਬਰਸ਼ਿਪ ਬਾਰੇ ਕੀ ਕਹਿੰਦੀ ਹੈ। ਇਸ ਦੇ ਅਧੀਨ ਅਸੀਂ ਵੇਖਿਆ ਕਿ ਕਿਸੇ ਕਲੀਸਿਆ ਦੇ ਵਿੱਚ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹਨ ਜੋ ਕਿ ਲੋਕਾਂ ਨੂੰ ਆਪਣੇ ਵੱਲ ਖਿੱਚਦੀਆਂ ਹਨ, ਅਤੇ ਇਹ ਉਹ ਚੀਜ਼ਾਂ ਸਨ ਜੋ ਕਿ ਕਿਸੇ ਵੀ ਕਲੀਸਿਆ ਦੇ ਪ੍ਰੋਗਰਾਮ ਦਾ ਅਹਿਮ ਹਿੱਸਾ ਹੁੰਦੀਆਂ ਹਨ, ਜਿਵੇਂ ਕਿ ਪ੍ਰਚਾਰ ਕਰਨਾ, ਅੰਗੀਕਾਰ ਕਰਨਾ, ਪ੍ਰਭੂ ਭੋਜ ਲੈਣਾ, ਉਹਦੇ ਵਿੱਚ ਹਿੱਸਾ ਲੈਣਾ, ਸੰਗਤੀ ਕਰਨਾ ਵਗੈਰਾ ਵਗੈਰਾ। ਦੋਸਤੋ, ਅਸੀਂ ਵਿਸ਼ਵਾਸ ਕਰਦੇ ਹਾਂ ਕਿ ਤੁਸੀਂ ਕਲੀਸਿਆਈ ਮੈਂਬਰਸ਼ਿਪ ਦੀ ਅਹਿਮੀਅਤ ਨੂੰ ਸਮਝ ਗਏ ਹੋਗੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਕਲੀਸਿਆਈ ਮੈਂਬਰਸ਼ਿਪ ਦੇ ਵਿਸ਼ੇ ਦੇ ਉੱਤੇ ਹੋਰ ਗੌਰ ਕਰਾਂਗੇ। ਅੱਜ ਅਸੀਂ ਸੰਗਤੀ ਦੇ ਅਰਥ ਨੂੰ ਹੋਰ ਜ਼ਿਆਦਾ ਗਹਿਰਾਈ ਦੇ ਨਾਲ ਸਮਝਾਂਗੇ ਕਿ ਇਸ ਦਾ ਕੀ ਅਰਥ ਹੈ। ਤਾਂ ਫਿਰ ਆਓ ਬਿਨਾਂ ਦੇਰ ਕੀਤੇ ਆਪਣੇ ਇਸ ਅਧਿਐਨ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਡਾਕਟਰ ਡੇਵਿਡ ਜਰਮਾਇਆ ਦੇ ਨਾਲ। ਪੈਂਤੀਕੋਸਤ ਦੇ ਦਿਨ ਜਨਮਿਆ ਸੀ ਅਤੇ ਇਸ ਦਾ ਅਰਥ ਹੁੰਦਾ ਹੈ ਕਿ ਇਹ ਲੋਕ ਮਸੀਹ ਜੀਵਨ ਵਿੱਚ ਇਕੱਠੇ ਹੋਏ ਸਨ ਅਤੇ ਉਹਨਾਂ ਨੇ ਇਹ ਜਾਣ ਲਿਆ ਸੀ ਕਿ ਉਹਨਾਂ ਨੂੰ ਆਪਣੇ ਜੀਵਨ ਇਕਾਂਤ ਵਿੱਚ ਨਹੀਂ ਬਿਤਾਉਣਾ ਚਾਹੀਦਾ। ਉਹ ਇੱਕ ਦੂਸਰੇ ਨਾਲ ਸਾਂਝੀ ਹੋਏ ਸਨ। ਬੜੀ ਰੋਚਕ ਗੱਲ ਹੈ। ਆਧੁਨਿਕ ਅਰਥ ਵਜੋਂ ਕਿਸੇ ਉਦੇਸ਼ ਵਿੱਚ ਸਾਂਝ ਰੱਖਣਾ ਹੁੰਦਾ ਹੈ, ਇੱਕ ਮਹੱਤਵ ਵਿੱਚ ਹਿੱਸੇਦਾਰੀ ਕਰਨਾ। ਇਸ ਤਰ੍ਹਾਂ ਜਦੋਂ ਉਹ ਵਿਸ਼ਵਾਸੀ ਵਜੋਂ ਇਕੱਠੇ ਹੁੰਦੇ ਸਨ ਤਦ ਉਹਨਾਂ ਦੇ ਇਕੱਠੇ ਹੋਣ ਦਾ ਇੱਕ ਉਦੇਸ਼ ਸੀ। ਜਦੋਂ ਅਸੀਂ ਅਫਰੀਕਾ ਵਿੱਚ ਸੀ ਤਦ ਅਸੀਂ ਆਪਣੇ ਲੋਕਾਂ ਨੂੰ ਬਾਗ ਲਗਾਉਣ ਲਈ ਜਾਂਦੇ ਵੇਖਿਆ ਸੀ ਅਤੇ ਫਿਰ ਇੱਕ ਟੀਮ ਵਿੱਚ ਸਨ ਅਤੇ ਉਹ ਇਸ ਬਾਗ ਦੇ ਦੁਆਲੇ ਇਕੱਠੇ ਹੁੰਦੇ ਅਤੇ ਆਪਣੇ ਰਾਹ ਇੱਕ ਦੇ ਸਥਾਨ ਨੂੰ ਛੱਡਣ ਤੋਂ ਪਹਿਲਾਂ ਹੀ ਉਹ ਇਕੱਠੇ ਹੁੰਦੇ ਸਨ ਅਤੇ ਗੱਡੀ ਤੋਂ ਬਾਹਰ ਹੀ ਪ੍ਰਾਰਥਨਾ ਕਰਦੇ ਹੁੰਦੇ ਸਨ। ਉਹ ਇੱਕ ਚੱਕਰ ਦੇ ਆਕਾਰ ਵਿੱਚ ਖੜੇ ਹੋ ਕੇ ਪ੍ਰਾਰਥਨਾ ਕਰਦੇ ਸਨ। ਉਹ ਹੱਥ ਫੜਦੇ ਅਤੇ ਪਰਮੇਸ਼ਵਰ ਤੋਂ ਇਹ ਮੰਗਦੇ ਸਨ ਕਿ ਉਹ ਇਹਨਾਂ ਦੀ ਮਦਦ ਕਰੇ, ਇੱਕ ਦੂਸਰੇ ਨਾਲ ਜ਼ਿਆਦਾ ਆਮਦਾਇਕ ਮਹਿਸੂਸ ਕਰਨ ਲਈ ਨਹੀਂ, ਪਰ ਇਸ ਵਾਸਤੇ ਕਿ ਉਹ ਪਰਮੇਸ਼ਵਰ ਉਹਨਾਂ ਦੀ ਮਦਦ ਇਕੱਠੇ ਹੋ ਕੇ ਜਾਣ ਅਤੇ ਆਪਣੇ ਜੀਵਨ ਅਫਰੀਕਨ ਲੋਕਾਂ ਨਾਲ ਵੰਡਣ ਵਿੱਚ ਕਰੇ। ਅਤੇ ਉਹਨਾਂ ਨੇ ਇਹੋ ਹੀ ਕੀਤਾ ਸੀ ਅਤੇ ਇਸ ਸਭ ਤੋਂ ਬਾਅਦ ਉਹ ਉਹਨਾਂ ਨੂੰ ਇਕੱਠਾ ਵਾਪਸ ਲਿਆਂਦਾ ਅਤੇ ਜਦੋਂ ਬਾਗ ਲਗਾਏ ਗਏ ਸਨ ਤਦ ਉਹ ਉਸ ਬਾਗਾਂ ਦੇ ਦੁਆਲੇ ਇਕੱਠੇ ਹੁੰਦੇ ਸਨ, ਫਿਰ ਹੱਥ ਫੜ ਕੇ ਅਤੇ ਉਹਨਾਂ ਨੇ ਪ੍ਰਾਰਥਨਾ ਕੀਤੀ ਕਿ ਪਰਮੇਸ਼ਵਰ ਉਸ ਬਾਗ ਦੀ ਮਦਦ ਵਧਣ ਫੁੱਲਣ ਵਿੱਚ ਕਰੇ। ਅਤੇ ਮੈਂ ਵੀ ਇਹ ਸਭ ਕੀਤਾ ਸੀ। ਮੈਂ ਬਾਗ ਦੇ ਲਈ ਪ੍ਰਾਰਥਨਾ ਕੀਤੀ ਸੀ। ਮੇਰੀ ਅਧਿਕਾਰੀ ਖਾਸ ਤੌਰ ਤੇ ਇਹੋ ਹੀ ਸੀ। ਜਦੋਂ ਅਸੀਂ ਪਹਿਲੇ ਦਿਨ ਬਾਹਰ ਗਏ ਸੀ ਤਦ ਅਸੀਂ ਪਹਿਲੇ ਦਿਨ ਇੱਕ ਬਾਗ ਲਈ ਪ੍ਰਾਰਥਨਾ ਕੀਤੀ ਅਤੇ ਫਿਰ ਅਸੀਂ ਬਾਹਰ ਜਾ ਕੇ ਕੁਝ ਹੋਰ ਬਾਗ ਲਗਾਏ ਸਨ ਅਤੇ ਆਪਣੀ ਗੱਡੀ ਕੋਲ ਵਾਪਸ ਆਉਣ ਲਈ ਸਾਨੂੰ ਪਹਿਲਾਂ ਬਾਗ ਦੇ ਲਾਗਿਓਂ ਲੰਘਣਾ ਪੈਣਾ ਸੀ। ਅਸੀਂ ਵਾਪਸ ਆਉਂਦਿਆਂ ਵੇਖਿਆ ਸੀ ਜਦੋਂ ਪੌਦੇ ਅਸੀਂ ਪਹਿਲਾਂ ਉਸ ਬਾਗ ਵਿੱਚ ਲਗਾਏ ਸਨ ਹੁਣ ਉਹ ਲਗਭਗ 6 ਇੰਚ ਉੱਚੇ ਹੋਏ ਸਨ। ਹੁਣ ਇੱਕ ਮਿੰਟ ਰੁਕੋ, ਅਜੇ ਤਾੜੀ ਨਾ ਵਜਾਓ। ਮੈਂ ਆਪਣੇ ਆਪ ਬਾਰੇ ਗੌਰ ਕਰ ਰਿਹਾ ਹਾਂ। ਮੈਂ ਆਪਣੇ ਜੀਵਨ ਵਿੱਚ ਕਦੇ ਵੀ ਉਸ ਤਰ੍ਹਾਂ ਪ੍ਰਾਰਥਨਾ ਨਹੀਂ ਸੀ ਕੀਤੀ ਅਤੇ ਅਸੀਂ ਮੰਗਣਾ ਸ਼ੁਰੂ ਕੀਤਾ ਸੀ। ਮੇਰੇ ਪਤੀ ਨੇ ਕਿਹਾ, ਜੀ ਮੈਂ ਸੋਚਦੇ ਹਾਂ ਕਿ ਉਹਨਾਂ ਨੇ ਪੁਰਾਣੀਆਂ ਚੀਜ਼ਾਂ ਬਾਹਰ ਕੱਢ ਦਿੱਤੀਆਂ ਹਨ ਅਤੇ ਹੁਣ ਆਪਣੇ ਖੁਦ ਦੇ ਹੀ ਬੂਟੇ ਲਗਾ ਦਿੱਤੇ ਹਨ ਅਤੇ ਅਸੀਂ ਵੇਖਦੇ ਹੀ ਰਹੇ ਤਾਂ ਕਿ ਇਹ ਨਿਸ਼ਚਿੰਤ ਰਹੇ ਕਿ ਇਹ ਉਹੀ ਬਾਗ ਸੀ। ਮੁੱਖ ਗੱਲ ਤਾਂ ਇਹ ਸੀ ਕਿ ਉਹ ਬੰਦਾ ਜਿਸ ਦਾ ਇਹ ਬਾਗ ਸੀ ਉਹ ਬਹੁਤ ਚਲਾਕ ਸੀ ਅਤੇ ਉਹ ਅਗਲੇ ਬੂਟਿਆਂ ਕੋਲ ਗਿਆ ਜੋ ਅਸੀਂ ਲਗਾਏ ਸਨ ਅਤੇ ਉਸਨੇ ਇੱਕ ਹੋਰ ਚੀਜ਼ ਲਗਾਈ ਜੋ ਵੱਧ ਕੇ ਉਹਨਾਂ ਬੂਟਿਆਂ ਨੂੰ ਧੁੱਪ ਨਾਲ ਸੁੰਝਣ ਤੋਂ ਰੋਕਣ ਲਈ ਸੀ ਔਰ ਉਹ ਛਾਂ ਕਰਨ ਜਾ ਰਹੇ ਸੀ। ਜੀ ਹਾਂ, ਮੈਂ ਆਪ ਨੂੰ ਦੱਸ ਦੇਵਾਂ ਕਿ ਲੋਕ ਮੈਨੂੰ ਕੀ ਕਹਿ ਰਹੇ ਸਨ ਕਿ ਮੈਂ ਉਹਨਾਂ ਦੀਆਂ ਜੇਬਾਂ ਵਿਚਲੀਆਂ ਕਿਤਾਬਾਂ ਲਈ ਪ੍ਰਾਰਥਨਾ ਕਰਾਂ। ਮੇਰੇ ਕਹਿਣ ਦਾ ਭਾਵ ਹੈ ਕਿ ਉਹ ਹੁਣ ਤਿਆਰ ਸਨ ਕਿ ਮੈਂ ਹਰੇਕ ਚੀਜ਼ ਲਈ ਪ੍ਰਾਰਥਨਾ ਕਰਾਂ। ਮੈਂ ਪਹਿਲਾਂ ਕਦੇ ਵੀ ਇਸ ਤਰ੍ਹਾਂ ਪ੍ਰਾਰਥਨਾ ਨਹੀਂ ਸੀ ਕੀਤੀ। ਜੀ ਹਾਂ, ਬਾਈਬਲ ਦੱਸਦੀ ਹੈ ਕਿ ਆਰੰਭਕ ਕਲੀਸਿਆ ਵਿੱਚ ਉਹ ਪ੍ਰਾਰਥਨਾ ਕਰਦੇ ਸਨ ਅਤੇ ਉਹਨਾਂ ਨੇ ਇੱਕ ਦੂਸਰੇ ਲਈ ਆਪਣੇ ਦਿਲਾਂ ਨੂੰ ਖੋਲ੍ਹਿਆ ਸੀ ਅਤੇ ਉਹ ਸੰਗਤ ਕਰਦੇ ਸਨ ਅਤੇ ਇਹੀ ਹੈ ਜੋ ਸਾਡੇ ਛੋਟੇ ਗਰੁੱਪਾਂ ਵਿੱਚ ਹੋ ਰਿਹਾ ਹੈ। ਅਸੀਂ ਆਪਣੇ ਦਿਲ ਇੱਕ ਦੂਸਰੇ ਲਈ ਖੋਲ ਰਹੇ ਹਾਂ। ਇਹ ਪਹਿਲੇ ਹਫ਼ਤੇ ਹੀ ਨਹੀਂ ਹੋ ਜਾਂਦਾ। ਜੇਕਰ ਆਪ ਨੇ ਇਸ ਤਰ੍ਹਾਂ ਸੋਚਿਆ ਸੀ ਕਿ ਇਹ ਸਭ ਪਹਿਲੇ ਹਫ਼ਤੇ ਹੀ ਹੋ ਜਾਵੇਗਾ ਤਦ ਇਹ ਇਸ ਤਰ੍ਹਾਂ ਨਹੀਂ ਹੋਵੇਗਾ। 2 ਜਾਂ 3 ਹਫ਼ਤੇ ਤਾਂ ਆਪ ਨੂੰ ਇੱਕ ਦੂਸਰੇ ਨਾਲ ਘੁਲਣ ਮਿਲਣ ਨੂੰ ਹੀ ਲੱਗ ਜਾਂਦੇ ਹਨ। ਪਰ ਜੇਕਰ ਇਸ ਨਾਲ ਉੱਥੇ ਬਣੇ ਰਹੋ ਅਤੇ ਆਪ ਇਕੱਠੇ ਹੋਣਾ ਨਹੀਂ ਛੱਡਦੇ ਅਤੇ ਆਪ ਇਹ ਨਹੀਂ ਆਖਦੇ ਜੀ ਹਾਂ,
ਤਾਂ ਮੈਂ ਇਹ ਨਹੀਂ ਕਰਾਂਗਾ। ਨਹੀਂ, ਆਪ ਬਸ ਆਪਣੇ ਛੋਟੇ ਗਰੁੱਪ ਵਿੱਚ ਜਾਂਦੇ ਰਹੋ ਅਤੇ ਮੈਂ ਵਾਅਦਾ ਕਰਦਾ ਹਾਂ ਕਿ ਆਪ ਦੇ ਜ਼ਿਆਦਾ ਸਮੇਂ ਜਾਂਦੇ ਰਹਿਣ ਤੋਂ ਪਹਿਲਾਂ ਹੀ ਆਪ ਇਹ ਵੇਖਣ ਜਾ ਰਹੇ ਹੋ, ਆਪ ਆਪਣੇ ਜੀਵਨ ਵਿੱਚ ਸਾਹਮਣਾ ਕੀਤੀਆਂ ਜਾਣ ਵਾਲੀਆਂ ਚੁਣੌਤੀਆਂ ਵਿੱਚ ਇਕੱਲੇ ਨਹੀਂ ਹੋ। ਇਹ ਉਹਨਾਂ ਸਰਬ ਉੱਤਮ ਕੰਮਾਂ ਵਿੱਚ ਇੱਕ ਹੈ ਜੋ ਉਦੋਂ ਵਰਪਦਾ ਹੈ ਜਦੋਂ ਅਸੀਂ ਛੋਟੇ-ਛੋਟੇ ਗਰੁੱਪਾਂ ਵਿੱਚ ਇਕੱਠੇ ਹੁੰਦੇ ਹਾਂ। ਐੜਾ ਭਾਗ ਉਹਨਾਂ ਨੇ ਆਪਣੇ ਹੱਥ ਇੱਕ ਦੂਸਰੇ ਲਈ ਖੋਲ੍ਹੇ ਸਨ। ਮੈਂ ਆਪ ਨੂੰ ਦੱਸ ਦੇਵਾਂ ਕਿ ਉਹਨਾਂ ਨੇ ਸਿਰਫ ਆਪਣੇ ਦਿਲ ਹੀ ਇੱਕ ਦੂਸਰੇ ਲਈ ਨਹੀਂ ਖੋਲ੍ਹੇ, ਉਹਨਾਂ ਨੇ ਤਾਂ ਬਾਈਬਲ ਆਖਦੀ ਹੈ ਕਿ ਆਪਣੇ ਹੱਥ ਵੀ ਇੱਕ ਦੂਸਰੇ ਲਈ ਖੋਲ੍ਹੇ ਸਨ। 44 ਅਤੇ 45 ਐਤ ਵਿੱਚ ਗੌਰ ਕਰੋ। ਔਰ ਜਿਨ੍ਹਾਂ ਨੇ ਨੇਚਾ ਕੀਤੀ ਸੀ ਉਹ ਸਭੇ ਇਕੱਠੇ ਸਨ ਅਤੇ ਸਾਰੀਆਂ ਵਸਤੂਆਂ ਵਿੱਚ ਭਾਈਵਾਲ ਸਨ ਅਤੇ ਆਪਣੀ ਮਿਲਕ ਔਰ ਮਾਲ ਵੇਚ ਕੇ ਜਿਹੀ ਕਿਸੇ ਨੂੰ ਲੋੜ ਹੁੰਦੀ ਸੀ ਸਭਨਾਂ ਨੂੰ ਵੰਡ ਦਿੰਦੇ ਸਨ। ਇਸ ਸੰਗਤ ਜਾਂ ਕਿਊਨੀਅਨ ਵਿੱਚ ਮਾਲ ਨੂੰ ਵੰਡਣਾ ਵੀ ਸ਼ਾਮਲ ਸੀ। ਮੈਨੂੰ ਤੁਹਾਨੂੰ ਦੱਸਣ ਦੀ ਜ਼ਰੂਰਤ ਹੈ, ਕੁਝ ਕੁ ਲੋਕ ਜੋ ਬਾਈਬਲ ਦੇ ਵਿਰੋਧ ਸਨ ਉਹ ਆਖਦੇ ਹਨ ਕਿ ਵੇਖੋ ਇਹ ਉਹੀ ਹੈ ਸਰਗਵਾਦ ਦਾ ਆਧਾਰ ਸੀ। ਜੀ ਹਾਂ, ਇਹ ਸੰਵਾਦ ਨਹੀਂ ਹੈ। ਸਭ ਤੋਂ ਪਹਿਲਾਂ ਉਹਨਾਂ ਸਭਨਾਂ ਨੂੰ ਸਭ ਕੁਝ ਨਹੀਂ ਸੀ ਵੇਚਿਆ ਜੋ ਵੀ ਉਹਨਾਂ ਦੇ ਕੋਲ ਸੀ। ਕੀ ਆਪ ਜਾਣਦੇ ਹੋ ਕਿ ਮੈਂ ਇਹ ਸਭ ਕਿਵੇਂ ਜਾਣਦਾ ਹਾਂ? ਕਿਉਂਕਿ ਬਾਅਦ ਵਿੱਚ ਇਹ ਆਖਿਆ ਗਿਆ ਹੈ ਕਿ ਉਹ ਇੱਕ ਦੂਸਰੇ ਦੇ ਘਰਾਂ ਵਿੱਚ ਇਕੱਠੇ ਹੁੰਦੇ ਸਨ। ਆਪ ਜੋ ਘਰ ਆਪ ਦਾ ਨਾ ਹੋਵੇ ਉੱਥੇ ਇਕੱਠੇ ਨਹੀਂ ਹੋ ਸਕਦੇ, ਪਰ ਜੋ ਵਰਪਿਆ ਸੀ ਉਹ ਇਹ ਸੀ ਕਿ ਉਹ ਇਕੱਠੇ ਹੁੰਦੇ ਸਨ ਅਤੇ ਜਦੋਂ ਕੋਈ ਜ਼ਰੂਰਤ ਹੁੰਦੀ ਸੀ ਤਦ ਉਹ ਆਪਣੇ ਸਰੋਤਾਂ ਵਿੱਚੋਂ ਇਕੱਠੇ ਹੋ ਕੇ ਉਸ ਵਿਅਕਤੀ ਦੀ ਮਦਦ ਕਰਨ ਲਈ ਕਰਦੇ ਸਨ ਜਿਸ ਨੂੰ ਜ਼ਰੂਰਤ ਹੁੰਦੀ ਸੀ। ਜਦੋਂ ਅਸੀਂ ਅਫਰੀਕਾ ਨੂੰ ਜਾਣ ਦੀ ਤਿਆਰੀ ਕਰ ਰਹੇ ਸਨ ਤਦ ਅਸੀਂ ਵੀ ਇਸੇ ਤਰ੍ਹਾਂ ਕੀਤਾ ਸੀ। ਸਾਡੇ ਕੋਲ ਬਹੁਤ ਸਾਰੇ ਲੋਕੀ ਸਨ ਜੋ ਜਾਣਾ ਤਾਂ ਚਾਹੁੰਦੇ ਸਨ ਪਰ ਉਹਨਾਂ ਕੋਲ ਜਾਣ ਲਈ ਸਰੋਤ ਨਹੀਂ ਸਨ। ਅਸੀਂ ਕੀ ਕੀਤਾ ਸੀ, ਅਸੀਂ ਇੱਕ ਭੇਂਟ ਇਕੱਠੀ ਕੀਤੀ ਸੀ ਅਤੇ ਅਸੀਂ ਉਹਨਾਂ ਲੋਕਾਂ ਕੋਲ ਬਹੁਤ ਸਾਰਾ ਧਨ ਇਕੱਠਾ ਕੀਤਾ ਸੀ ਜੋ ਕਿਸੇ ਨਾ ਕਿਸੇ ਕਾਰਨ ਕਰਕੇ ਨਹੀਂ ਸੀ ਜਾ ਸਕਦੇ, ਪਰ ਉਹਨਾਂ ਨੇ ਉਹਨਾਂ ਲੋਕਾਂ ਦੀ ਮਦਦ ਕੀਤੀ ਸੀ ਜੋ ਜਾ ਸਕਦੇ ਸੀ ਅਤੇ ਅਸੀਂ ਆਪਣੇ ਸਰੋਤਾਂ ਨੂੰ ਵੰਡਿਆ ਸੀ। ਅਸੀਂ ਅਕਸਰ ਇਸੇ ਤਰ੍ਹਾਂ ਕਰਦੇ ਹਾਂ। ਅਸੀਂ ਇਹ ਸੇਵਕਾਂ ਦੇ ਉਦਾਰ ਚਿੱਤ ਵੰਡ ਰਾਹੀਂ ਇਹ ਸਭ ਕੁਝ ਕੀਤਾ ਸੀ। ਅਸੀਂ ਇਕੱਠੇ ਹੁੰਦੇ ਹਾਂ ਅਤੇ ਅਸੀਂ ਇੱਕ ਦੂਸਰੇ ਲਈ ਆਪਣੇ ਦਿਲ ਖੋਲ੍ਹਦੇ ਹਾਂ ਅਤੇ ਫਿਰ ਅਸੀਂ ਇੱਕ ਦੂਸਰੇ ਲਈ ਆਪਣੇ ਹੱਥ ਵੀ ਖੋਲ੍ਹਦੇ ਹਾਂ। ਆਰੰਭਕ ਵਿਸ਼ਵਾਸੀਆਂ ਨੇ ਆਪਣਾ ਮਾਲ ਇਸ ਕਰਕੇ ਵੰਡਿਆ ਸੀ ਕਿਉਂਕਿ ਉਹ ਖੁੱਲੇ ਦਿਲ ਸਨ। ਈੜੀ ਭਾਗ ਉਹਨਾਂ ਨੇ ਇੱਕ ਦੂਸਰੇ ਲਈ ਆਪਣੇ ਘਰ ਖੋਲ੍ਹੇ ਸਨ ਅਤੇ ਫਿਰ ਆਖਰੀ ਗੱਲ ਜੋ ਇੱਥੇ ਹੈ ਉਹ ਇਹ ਹੈ ਕਿ ਉਹਨਾਂ ਨੇ ਆਪਣੇ ਘਰ ਖੋਲ੍ਹੇ ਸਨ। ਪਰ 46 ਐਤ ਵਿੱਚ ਘਰ ਦਿਨੋਂ ਦਿਨ ਇੱਕ ਮਨ ਹੋ ਕੇ ਹੈਕਲ ਵਿੱਚ ਲਗਾਤਾਰ ਰਹਿੰਦੇ ਸਨ ਅਤੇ ਘਰੀ ਰੋਟੀ ਤੋੜਦੇ ਸਨ। ਪੌਬ ਇੱਕ ਦੂਸਰੇ ਆਪਣੇ ਖਾਣੇ ਸਾਂਝੇ ਕਰਦੇ ਸਨ ਅਤੇ ਇੱਕ ਦੂਸਰੇ ਆਪਣੇ ਸੰਬੰਧ ਵਿੱਚ ਵੱਧ ਰਹੇ ਸਨ। ਇਹ ਕਲੀਸਿਆ ਦੇ ਪਹਿਲੇ ਛੋਟੇ ਗਰੁੱਪ ਦਾ ਨੈਟਵਰਕ ਸੀ। ਕੀ ਇਹ ਰੋਚਕ ਨਹੀਂ ਹੈ? ਅਸੀਂ ਕਲੀਸਿਆ ਦੇ ਆਰੰਭ ਦੇ ਇਸ ਪਿਛੋਕੜੇ ਨਾਲ ਆਰੰਭ ਕੀਤਾ ਸੀ ਅਤੇ ਸਾਨੂੰ ਇਹ ਸਾਰੇ ਬਰੇ ਲੱਗੇ ਹਨ ਅਤੇ ਅਸੀਂ ਹੁਣ ਅੰਤ ਵਿੱਚ ਇਸ ਵੱਲ ਵਾਪਸ ਆ ਰਹੇ ਹਾਂ। ਕਲੀਸਿਆ ਦੇ ਇਸੇ ਤਰ੍ਹਾਂ ਹੋਣ ਦਾ ਇਰਾਦਾ ਕੀਤਾ ਗਿਆ ਸੀ, ਹਮੇਸ਼ਾ ਬਸ ਵੱਡੇ ਗਰੁੱਪ ਵਿੱਚ ਹੀ ਨਹੀਂ ਬਲਕਿ ਹੈਕਲ ਵਿੱਚ ਜਸ਼ਨ ਮਨਾਉਂਦੇ ਅਤੇ ਫਿਰ ਛੋਟੇ ਝੁੰਡ ਵਿੱਚ ਵੱਡੇ ਹੁੰਦੇ ਤੱਕ ਪਰਮੇਸ਼ਰ ਦੇ ਲੋਕਾਂ ਵਿੱਚ ਸੰਗਤ ਕੀਤੀ ਹੋਈ ਸੀ। ਰਸੂਲਾਂ ਦੇ ਕਿਤਾਬ 20 ਅਧਿਆਇ 20 ਦੇ ਵਚਨ ਮੁੱਖ ਐ ਸਨ ਜਿਨ੍ਹਾਂ ਨੇ ਸਾਡੇ ਛੋਟੇ ਗਰੁੱਪ ਦੀ ਸੇਵਾ ਦਾ ਆਰੰਭ ਕਰਨ ਵਿੱਚ ਸਾਨੂੰ ਪ੍ਰੇਰਨਾ ਦਿੱਤੀ ਸੀ। ਇਹ ਵਚਨ ਹੈ, ਮੈਂ ਤੁਹਾਡੇ ਭਲੇ ਦੀ ਗੱਲ ਦੱਸਣ ਵਿੱਚ ਕੁਝ ਫਰਕ ਨਹੀਂ ਕੀਤਾ, ਸਗੋਂ ਤੁਹਾਨੂੰ ਖੁੱਲ੍ਹ ਕੇ ਅਤੇ ਘਰ ਘਰ ਉਪਦੇਸ਼ ਦਿੱਤਾ। ਠੀਕ ਇਸੇ ਤਰ੍ਹਾਂ ਹੀ ਖੁਸ਼ਖਬਰੀ ਦਾ ਸੰਚਾਰ ਕੀਤਾ ਜਾਣਾ ਹੈ। ਇਸ ਤਰ੍ਹਾਂ ਆਪ ਵੇਖਦੇ ਹੋ ਕਿ ਕਲੀਸਿਆ ਦੇ ਪ੍ਰੋਗਰਾਮ ਨੂੰ ਕਲੀਸਿਆ ਦੇ ਵਿਵਹਾਰ ਦੇ ਦੁਆਰਾ ਦਰਸਾਇਆ ਗਿਆ ਸੀ। ਕੋਈ ਰੂਪਰੇਖਾ ਤਿਆਰ ਕਰਕੇ ਉਸ ਦੇ ਪਿੱਛੇ ਚੱਲਣਾ ਇਸ ਦੇ ਪਿੱਛੇ ਚੱਲਣਾ ਇੱਕ ਭਿੰਨ ਚੀਜ਼ ਹੈ। ਉਹ ਪ੍ਰੋਗਰਾਮ ਨੂੰ ਜਾਣਦੇ ਸਨ ਅਤੇ ਉਹ ਪ੍ਰੋਗਰਾਮ ਦੇ ਅਨੁਸਾਰ ਚੱਲਦੇ ਸਨ। ਅਤੇ ਫਿਰ ਕੈਫਾ ਲਗਾਓ ਕਿ ਕੀ ਵਰਪਿਆ ਸੀ। ਲੋਕੋ ਕੈਫਾ ਲਗਾਓ ਕੀ ਵਰਪਿਆ ਸੀ। ਕਲੀਸਿਆ ਦਾ ਧਮਾਕਾ ਹੋਇਆ ਸੀ। ਇਹ ਉਦੋਂ ਦੇ ਸੱਭਿਆਚਾਰ ਵਿੱਚ ਸਭ ਤੋਂ ਵੱਧ ਗੱਲਾਂ ਕਰਨ ਦਾ ਵਿਸ਼ਾ ਬਣ ਗਈ ਸੀ। ਇਹ 3000 ਤੋਂ 5000, 5000 ਤੋਂ 10000, 10000 ਤੋਂ 15000 ਹੋ ਗਈ ਸੀ। ਫਿਰ ਇਹ ਇੰਨੀ ਜ਼ਿਆਦਾ ਵੱਧ ਗਈ ਸੀ ਕਿ ਇਸ ਨੂੰ ਗਿਣਤੀ ਵਿੱਚ ਦੱਸਣਾ ਵੀ ਸੰਭਵ ਨਹੀਂ ਸੀ ਰਹਿ ਗਿਆ ਅਤੇ ਫਿਰ ਉਹਨਾਂ ਨੇ ਸਿਰਫ ਉਹੀ ਹੀ ਆਖਣਾ ਆਰੰਭ ਕਰ ਦਿੱਤਾ ਸੀ ਅਤੇ ਹੋਰ ਕਈਆਂ ਨੇ। ਅਤੇ ਆਪ ਨਵੇਂ ਨੇਮ ਦੇ ਸੱਭਿਆਚਾਰ ਨੂੰ ਜਾਣਦੇ ਹੋ। ਜਦੋਂ ਉਹ ਗਿਣਤੀ ਲਿਖਦੇ ਸਨ ਤਦ ਉਹ ਸਿਰਫ ਮਨੁੱਖ ਹੀ ਗਿਣਦੇ ਸਨ। ਉਹ ਔਰਤਾਂ ਤੇ ਬੱਚਿਆਂ ਦੀ ਗਿਣਤੀ ਨਹੀਂ ਸੀ ਕਰਦੇ ਅਤੇ ਇਹ ਇਸ ਕਰਕੇ ਨਹੀਂ ਸੀ ਕਿ ਉਹਨਾਂ ਨੂੰ ਹਲਕਾ ਜਾਣਦੇ ਸਨ, ਪਰ ਇਹ ਤਾਂ ਬਸ ਉਹਨਾਂ ਦੇ ਘਰਾਵਾਂ ਨੂੰ ਗਿਣਤੀ ਕਰਨ ਦਾ ਹੀ ਤਰੀਕਾ ਸੀ।
ਇਸ ਲਈ ਜੇਕਰ ਆਪ ਰਸੂਲਾਂ ਦੇ ਕਰਤੱਵ ਦੀ ਪੁਸਤਕ ਦੀ ਗਿਣਤੀ ਨੂੰ ਲਓ, ਤਦ ਆਪ ਨੂੰ ਕਲੀਸਿਆ ਦੀ ਸਹੀ ਗਿਣਤੀ ਲੈਣ ਲਈ ਆਪ ਨੂੰ ਘੱਟੋ ਘੱਟ 3 ਨਾਲ ਗੁਣਾ ਕਰਨ ਦੀ ਜ਼ਰੂਰਤ ਹੁੰਦੀ ਹੈ। ਅਤੇ ਕਈ ਲੋਕ ਆਖਦੇ ਹਨ ਕਿ ਰਸੂਲਾਂ ਦੀ ਪੁਸਤਕ ਵਿੱਚ ਆਰੰਭਕ ਕਲੀਸਿਆ ਵਿੱਚ 1 ਲੱਖ ਤੋਂ ਵੀ ਵੱਧ ਲੋਕ ਉਹਨਾਂ ਆਰੰਭਕ ਦਿਨਾਂ ਵਿੱਚ ਕਲੀਸਿਆ ਨਾਲ ਜੁੜੇ ਹੋਏ ਸਨ। ਉਹ ਸਭ ਉਹੀ ਕਰ ਰਹੇ ਸਨ ਜੋ ਅੱਜ ਸਾਨੂੰ ਕਰਨ ਲਈ ਬੁਲਾਇਆ ਗਿਆ ਹੈ, ਪ੍ਰਚਾਰ, ਇਕਰਾਰ ਅਤੇ ਸ਼ਾਮਲ ਹੋਣ ਲਈ, ਅਤੇ ਉਹ ਹੋਰ ਵੀ ਸਭ ਕੁਝ ਜਿਸ ਬਾਰੇ ਅਸੀਂ ਅੱਜ ਗੱਲਬਾਤ ਕੀਤੀ ਹੈ। ਅਤੇ ਕਲੀਸਿਆ ਵੱਧਦੀ ਗਈ ਅਤੇ ਇਹ ਇੱਕ ਪ੍ਰਚਾਰ ਕਰਨ ਵਾਲੀ ਕਲੀਸਿਆ ਸੀ ਅਤੇ ਲੋਕ ਇਸ ਵੱਲ ਖਿੱਚੇ ਜਾਂਦੇ ਸਨ। ਆਪ ਗੌਰ ਕਰੋ, ਜੇਕਰ ਆਪ ਪਿੱਛੇ ਜਾਓ ਅਤੇ ਇਸ ਰੂਪ ਰੇਖਾ ਉੱਤੇ ਗੌਰ ਕਰੋ, ਤਦ ਆਪ ਵੇਖੋਗੇ ਕਿ ਇਸ ਤਰ੍ਹਾਂ ਜਾਪਦਾ ਹੈ ਕਿ ਪ੍ਰਚਾਰ ਬਾਹਰ ਵਾਲਿਆਂ ਵੱਲ ਕੀਤਾ ਜਾਂਦਾ ਸੀ, ਲੋਕਾਂ ਦਾ ਇਕਰਾਰ ਬਾਹਰ ਵਾਲਿਆਂ ਵੱਲ ਕੀਤਾ ਜਾਂਦਾ ਸੀ, ਸ਼ਾਮਲ ਹੋਣਾ ਵੀ ਬਾਹਰ ਵਾਲਿਆਂ ਵੱਲੋਂ ਸੰਬੰਧਿਤ ਸੀ, ਕਿਉਂਕਿ ਯਾਦ ਕਰੋ ਕਿ ਯਾਦਗਾਰੀ ਸਭਾਵਾਂ ਵਿੱਚ ਉਹ ਪ੍ਰਭੂ ਦੇ ਆਉਣ ਤੱਕ ਉਸ ਦੀ ਮੌਤ ਦਾ ਪ੍ਰਚਾਰ ਕਰ ਰਹੇ ਸਨ। ਜਦੋਂ ਉਹ ਪ੍ਰਾਰਥਨਾ ਕਰਦੇ ਸਨ ਤਦ ਲੋਕ ਉਹਨਾਂ ਦੀ ਪ੍ਰਾਰਥਨਾ ਦੇ ਵਿਸ਼ੇ ਹੁੰਦੇ ਸਨ। ਇਸ ਤਰ੍ਹਾਂ ਹਰ ਕੰਮ ਜੋ ਕਲੀਸਿਆ ਨੇ ਆਪਣੇ ਅੰਦਰ ਇੱਕ ਦੂਸਰੇ ਲਈ ਕੀਤਾ ਸੀ, ਤਦ ਇਹ ਬਾਹਰ ਵੱਲ ਸਮਾਜ ਦੇ ਲੋਕਾਂ ਦੀ ਸੇਵਾ ਵਾਸਤੇ ਕੀਤਾ ਜਾਂਦਾ ਸੀ। ਅਤੇ ਇਸ ਤਰ੍ਹਾਂ ਇਹ ਸਮਾਜ ਲਗਾਤਾਰ ਵੱਧਦਾ ਗਿਆ ਅਤੇ ਕਲੀਸਿਆ ਤੋਂ ਬਾਹਰ ਦੇ ਲੋਕ ਲਗਾਤਾਰ ਕਲੀਸਿਆ ਦੇ ਅੰਦਰ ਆਉਂਦੇ ਰਹੇ ਅਤੇ ਉਹ ਮਸੀਹੀ ਬਣਦੇ ਗਏ। ਅਤੇ ਜਿਉਂ-ਜਿਉਂ ਲੋਕ ਪ੍ਰਾਰਥਨਾ ਵਿੱਚ ਪ੍ਰਚਾਰ ਕਰਦੇ ਗਏ ਅਤੇ ਉਹਨਾਂ ਨੂੰ ਬਪਤਿਸਮਾ ਦਿੱਤਾ ਗਿਆ ਸੀ, ਕਲੀਸਿਆ ਵੱਧਦੀ ਗਈ ਸੀ। ਮੈਂ ਆਪ ਨੂੰ ਅੱਜ ਇਸ ਸੰਦੇਸ਼ ਨੂੰ ਨਿੱਜੀ ਤੌਰ ਤੇ ਲੈਣ ਦੀ ਚੁਣੌਤੀ ਦੇਣੀ ਚਾਹੁੰਦਾ ਹਾਂ। ਆਰੰਭਕ ਕਲੀਸਿਆ ਇਸੇ ਤਰ੍ਹਾਂ ਹੀ ਸੀ ਅਤੇ ਜੋ ਕੁਝ ਪਰਮੇਸ਼ਰ ਕਰ ਰਿਹਾ ਸੀ ਉਸ ਬਾਰੇ ਉਹ ਇੰਨਾ ਜ਼ਿਆਦਾ ਜੋਸ਼ ਭਰਪੂਰ ਸੀ ਅਤੇ ਉਹ ਸਾਰੀ ਬਹੁਤਾਤ ਉਹਨਾਂ ਦੇ ਦੋਸਤਾਂ ਨੂੰ ਉਹਨਾਂ ਕੋਲ ਲਿਆਉਣ ਲਈ ਖੁਆਇਸ਼ ਰੱਖਣ ਦਾ ਕਾਰਨ ਬਣੀ ਸੀ। ਇਸ ਤੋਂ ਇਲਾਵਾ ਹੋਰ ਕਿਵੇਂ ਕਲੀਸਿਆ ਵੱਧ ਸਕਦੀ ਸੀ? ਇਹ ਉਹਨਾਂ ਲੋਕਾਂ ਦੇ ਜੋਸ਼ ਦੇ ਕਰਕੇ ਸੀ ਜੋ ਕਲੀਸਿਆ ਦੇ ਅੰਦਰ ਸਨ, ਅਤੇ ਉਹਨਾਂ ਲੋਕਾਂ ਨੂੰ ਪ੍ਰਚਾਰ ਕਰਨ ਕਰਕੇ ਸੀ ਜੋ ਬਾਹਰ ਸਨ, ਅਤੇ ਉਹਨਾਂ ਦੇ ਆਨੰਦ, ਉਹਨਾਂ ਦੀ ਖੁਸ਼ੀ ਅਤੇ ਜੀਵਨ ਦੀ ਯਾਦਗਾਰੀ ਦੇ ਕਰਕੇ ਉਹ ਲੋਕ ਆਏ ਅਤੇ ਕਲੀਸਿਆ ਦਾ ਅੰਗ ਬਣ ਗਏ ਸਨ। ਹੁਣ ਮੈਂ ਅੰਤ ਵਿੱਚ ਆਪ ਨੂੰ ਇੱਕ ਕਹਾਣੀ ਦੱਸ ਦੇਵਾਂ। ਇਹ ਦਰਸਾਉਂਦੀ ਹੈ ਕਿ ਉਹ ਸਭ ਕਿਸ ਚੀਜ਼ ਦੇ ਬਾਰੇ, ਅਤੇ ਫਿਰ ਅਸੀਂ ਸਮਰਪਿਤ ਕਰ ਦੇਵਾਂਗੇ। ਆਪਣੀ ਪੁਸਤਕ ਦਾ ਬੋਡੀ ਵਿੱਚ ਚਾਰਲਸ ਆਪਣੇ ਦੋਸਤ ਰਿਚਰਡ ਦੇ ਬਾਰੇ ਇੱਕ ਕਹਾਣੀ ਦੱਸਦਾ ਹੈ ਜੋ ਇੱਕ ਸਮੇਂ ਅਫਰੀਕਾ ਦੀ ਸੈਨੈਟ ਦਾ ਚੈਂਪੀਅਨ ਸੀ। ਇਸ ਤੋਂ ਉਹ ਪਹਿਲਾਂ ਉਹ ਪਾਸਵਾਨ ਸੀ। ਉਹ ਕਈ ਸਾਲਾਂ ਤੋਂ ਉਸ ਕਲੀਸਿਆ ਦੀ ਅਗਵਾਈ ਕਰਦਾ ਆ ਰਿਹਾ ਸੀ ਅਤੇ ਫਿਰ ਉਹ ਇੱਕ ਰਾਤ ਅਚਾਨਕ ਹੀ ਉਸ ਨੇ ਪਹਿਲੀ ਵਾਰ ਉਸ ਕਲੀਸਿਆ ਨੂੰ ਸਪਸ਼ਟ ਤੌਰ ਤੇ ਵੇਖਿਆ ਸੀ। ਇਸ ਕਹਾਣੀ ਦੇ ਮੁਤਾਬਿਕ ਉਹ ਵਾਸ਼ਿੰਗਟਨ ਵਿੱਚ ਹਵਾਈ ਜਹਾਜ਼ ਵੱਲ ਸਫ਼ਰ ਕਰ ਰਿਹਾ ਸੀ ਅਤੇ ਇਹ ਸ਼ਾਮ ਦੇ ਹਨੇਰੇ ਹੋਣ ਦਾ ਸਮਾਂ ਸੀ। ਉਸ ਸਮੇਂ ਉੱਥੇ ਪਹੁੰਚਣ ਦਾ ਮਾਰਗ ਠੀਕ ਨਹੀਂ ਸੀ। ਉਹ ਉੱਪਰ ਸੀ, ਇਸ ਲਈ ਚਿਹਰਾ ਖਿੜਕੀ ਦੇ ਉਲਟੇ ਪਾਸੇ ਇਹ ਵੇਖਣ ਲਈ ਦੇਖ ਰਿਹਾ ਸੀ। ਜੇਕਰ ਉਹ ਉਸ ਆਪਣੀ ਕਲੀਸਿਆ ਦੇ ਭਵਨ ਨੂੰ ਹੇਠਾਂ ਵੇਖ ਰਹੇ ਸਨ, ਪਰ ਧਰਤੀ ਉੱਤੇ ਤਾਂ ਸੂਰਜ ਦੇ ਪਿੱਛੇ ਛਿਪਣ ਦੀਆਂ ਪਰਛਾਈਆਂ ਉਸ ਸ਼ਹਿਰ ਨੂੰ ਢੱਕ ਰਹੀਆਂ ਸਨ। ਇਸ ਕਰਕੇ ਉਹ ਆਪਣੀ ਕਲੀਸਿਆ ਲਈ ਵੇਖ ਨਾ ਸਕਿਆ। ਉਹ ਉਸ ਵੱਲ ਤੱਕ ਨਾ ਸਕਿਆ। ਪਿੱਛੇ ਆਪਣੀ ਸੀਟ ਨਾਲ ਢਾਸਣਾ ਲਾਈ ਬੈਠ ਗਿਆ ਸੀ। ਜਿਉਂ ਹੀ ਉਸ ਦੀਆਂ ਅੱਖਾਂ ਪੌਟਮਕ ਰਿਵਾਈ ਦੇ ਨਾਲ ਜਾ ਰਹੀਆਂ ਸਨ, ਉਹ ਰਸੋਲੀਅਨ ਦੀਆਂ ਉੱਚੀਆਂ ਇਮਾਰਤਾਂ ਨੂੰ ਵੇਖ ਸਕੀਆਂ। ਅਤੇ ਜਿਉਂ-ਜਿਉਂ ਉਸਨੇ ਖਿੜਕੀ ਵਿੱਚ ਤੱਕਿਆ ਔਰ ਆਰੰਭ ਕੀਤਾ, ਉਸਨੇ ਆਪਣੇ ਮਨ ਵਿੱਚ ਆਪਣੀ ਕਲੀਸਿਆ ਦੇ ਮੈਂਬਰ ਦੇ ਨਾਲ ਯਾਦ ਕਰਨਾ ਆਰੰਭ ਕੀਤਾ ਜੋ ਉਹਨਾਂ ਦਫ਼ਤਰਾਂ ਦੇ ਭਵਨਾਂ ਅਤੇ ਸਰਕਾਰੀ ਦਫ਼ਤਰਾਂ ਵਿੱਚ ਕਾਜ ਕਰਦੇ ਸਨ। ਉਹਨਾਂ ਚੇਲਿਆਂ ਦੇ ਨਾਂ ਜਿਨ੍ਹਾਂ ਨੂੰ ਉਸਨੇ ਉਹਨਾਂ ਦੀ ਨੇਚਾ ਵਿੱਚ ਹੋ ਕੇ ਜਿਉਣ ਦੇ ਯੋਗ ਬਣਾਇਆ ਸੀ। ਅਤੇ ਅਚਾਨਕ ਹੀ ਉਸ ਨੂੰ ਯਾਦ ਆਇਆ। ਉਸਨੇ ਹੈਰਾਨ ਹੁੰਦਿਆਂ ਜ਼ੋਰ ਨਾਲ ਉਸ ਤੋਂ ਅਗਲੀ ਸੀਟ ਉੱਤੇ ਬੈਠਣ ਯਾਤਰੀ ਨੂੰ ਹੈਰਾਨ ਕਰਦਿਆਂ ਆਖਿਆ, ਵੇਖੋ, ਉਹ ਹੈ। ਉਹ ਕਲੀਸਿਆ ਉੱਤੇ ਕਿਸੇ ਗੁੰਮਟ ਜਾਂ ਮਿਰਾਜ ਦੇ ਦੁਆਰਾ ਨਿਸ਼ਾਨ ਨਹੀਂ ਸੀ ਲੱਗਾ ਹੋਇਆ। ਉਹ ਕਲੀਸਿਆ ਤਾਂ ਸਾਰੇ ਵਾਸ਼ਿੰਗਟਨ ਵਿੱਚ ਉਸ ਦੇ ਘਰਾਂ ਦੇ ਗੁਆਚੀ ਮੁਹੱਲਿਆਂ ਅਤੇ ਉਸ ਦੇ ਠੀਕ ਹੇਠਲੇ ਦਫ਼ਤਰਾਂ ਅਤੇ ਹਨੇਰੇ ਨੂੰ ਚਮਕਾਉਣ ਵਾਲੀਆਂ ਹਜ਼ਾਰਾਂ ਲਾਈਟਾਂ ਵਿੱਚ ਫੈਲੀ ਹੋਈ ਸੀ। ਮੇਰੇ ਦੋਸਤੋ, ਅੱਜ ਇਸ ਜਗਤ ਵਿੱਚ ਕਲੀਸਿਆ ਨੂੰ ਠੀਕ ਇਸੇ ਤਰ੍ਹਾਂ ਹੀ ਵਿਖਾਈ ਦੇਣਾ ਚਾਹੀਦਾ ਹੈ। ਜਦੋਂ ਕਿ ਅਸੀਂ ਤਾਂ ਕਲੀਸਿਆ ਨੂੰ ਆਪਣੇ ਪ੍ਰੋਗਰਾਮਾਂ ਨੂੰ ਲੈ ਕੇ ਆਉਂਦੇ ਹਾਂ, ਪਰ ਇਹ ਤਾਂ ਉਹ ਖਿਲਰੀ ਹੋਈ ਕਲੀਸਿਆ ਹੀ ਹੈ ਜੋ ਸਾਡੇ ਜਗਤ ਵਿੱਚ ਭਿੰਨਤਾ ਲਿਆਉਂਦੀ ਹੈ। ਸਾਨੂੰ ਇਹ ਯਾਦ ਰੱਖਣ ਦੀ ਜ਼ਰੂਰਤ ਹੈ, ਅਸੀਂ ਕਲੀਸਿਆ ਨੂੰ ਨਹੀਂ ਜਾਂਦੇ, ਬਲਕਿ ਅਸੀਂ ਹੀ ਕਲੀਸਿਆ ਹਾਂ। ਜਿਉਂ-ਜਿਉਂ ਅਸੀਂ ਬਾਹਰ ਜਾਂਦੇ ਹਾਂ ਤਦ ਅਸੀਂ ਜਿਨ੍ਹਾਂ ਲੋਕਾਂ ਨੂੰ ਮਿਲਦੇ ਹਾਂ ਉਹ ਕਲੀਸਿਆ ਬਣ ਜਾਂਦੇ ਹਨ ਅਤੇ ਪਰਮੇਸ਼ਰ ਦੇ ਲੋਕ ਜੋ ਕਿ ਕਈ ਭਿੰਨ-ਭਿੰਨ ਅੰਗਾਂ ਨਾਲ ਬਣੀ ਇੱਕ ਦੇਹ ਹੋ ਜੋ ਜੀਵਨਾਂ ਦੇ ਹਰ ਖੇਤਰ ਵਿੱਚ
ਫੈਲੀ ਹੋਈ ਹੈ। ਇਹ ਇੱਕ ਦਿਨ ਵਿੱਚ 24 ਘੰਟੇ ਅਤੇ ਹਫ਼ਤੇ ਦੇ 7 ਦਿਨ ਪਰਮੇਸ਼ਵਰ ਦੀ ਕਲੀਸਿਆ ਹੈ। ਆਮੀਨ। ਅੱਜ ਅਸੀਂ ਇਸ ਬਾਰੇ ਪਹਿਲਾ ਕਰੰਥੀਆਂ ਦੀ ਪੱਤਰੀ 11 ਅਧਿਆਏ ਉਸ ਦੀਆਂ 17 ਤੋਂ 34 ਐਤਾਂ ਦੇ ਬਚਨਾਂ ਵਿੱਚ ਗੌਰ ਕਰਾਂਗੇ ਕਿ ਬਾਈਬਲ ਪ੍ਰਭੂ ਭੋਜ ਦੇ ਬਾਰੇ ਕੀ ਆਖਦੀ ਹੈ। ਅੱਜ ਦੇ ਇਸ ਪ੍ਰੋਗਰਾਮ ਨੂੰ ਅਸੀਂ 3 ਮੁੱਖ ਗੱਲਾਂ ਦੇ ਅਧੀਨ ਬਣਦੇ ਹਾਂ। ਅੱਜ ਦੇ ਇਸ ਪ੍ਰੋਗਰਾਮ ਦੀ ਰੂਪਰੇਖਾ ਇਸ ਤਰ੍ਹਾਂ ਹੋਵੇਗੀ: ਬੰਦਗੀ ਦਾ ਅਪਮਾਨ। ਊੜਾ, ਉਹਨਾਂ ਵਿੱਚ ਕੋਈ ਸਾਂਝ ਨਹੀਂ ਸੀ। ਐੜਾ, ਉਹਨਾਂ ਵਿੱਚ ਕੋਈ ਸਮਝ ਨਹੀਂ ਸੀ। 2, ਬੰਦਗੀ ਦੀ ਯਾਦ। ਊੜਾ ਯਾਦਗਾਰੀ ਦੇ ਤੱਤ, ਐੜਾ ਪ੍ਰਚਾਰ ਦੇ ਤੱਤ, ਈੜੀ ਆਸ ਦੇ ਤੱਤ। ਨੰਬਰ 3, ਬੰਦਗੀ ਲਈ ਤਿਆਰੀ। ਊੜਾ ਬੰਦਗੀ ਵਿੱਚ ਨਿੱਜੀ ਜਾਂਚ ਸ਼ਾਮਲ ਹੈ। ਐੜਾ ਬੰਦਗੀ ਵਿੱਚ ਇੱਕ ਧਿਆਨ ਕਰਨਾ ਸ਼ਾਮਲ ਹੈ। ਕਰੰਥੀਆ ਵਿਖੇ ਪਾਈ ਜਾਣ ਵਾਲੀ ਕਲੀਸਿਆ ਵਿੱਚ ਅਸਤਰ ਯੋਗਤਾ ਪਾਈ ਜਾਂਦੀ ਸੀ, ਜਿਸ ਦੇ ਨਾਲ ਉਹ ਹਰੇਕ ਚੀਜ਼ ਨੂੰ ਜੋ ਪਰਮੇਸ਼ਰ ਨੇ ਉਹਨਾਂ ਨੂੰ ਬਖਸ਼ੀ ਸੀ, ਭਲਾਈ ਦੇ ਲਈ ਉਸ ਨੂੰ ਲੈਣ ਵਜੋਂ ਉਹਨਾਂ ਦੇ ਵਿੱਚ ਅਸਤਰ ਯੋਗਤਾ ਪਾਈ ਜਾਂਦੀ ਸੀ। ਪਰਮੇਸ਼ਰ ਨੇ ਉਹਨਾਂ ਨੂੰ ਪ੍ਰਭੂ ਭੋਜ ਦੀ ਸੇਵਾ ਇਸ ਵਜੋਂ ਬਖਸ਼ੀ ਸੀ ਕਿ ਉਹ ਇੱਕ ਦੂਸਰੇ ਨਾਲ ਆਪਣੀ ਏਕਤਾ ਨੂੰ ਅਤੇ ਇੱਕ ਦੂਸਰੇ ਦੇ ਨਾਲ ਉਹਨਾਂ ਦੇ ਏਕੇ ਨੂੰ ਪ੍ਰਗਟ ਕਰਨ। ਅਤੇ ਹੁਣ ਪੌਲੁਸ ਨੂੰ ਉਹਨਾਂ ਨੂੰ ਲਿਖਣਾ ਪਿਆ ਸੀ ਅਤੇ ਉਹਨਾਂ ਦੇ ਨਾਲ ਆਪਣੀ ਨਿਰਾਸ਼ਾ ਨੂੰ ਜ਼ਾਹਿਰ ਕਰਨਾ ਪਿਆ ਸੀ, ਕਿਉਂਕਿ ਉਹ ਚੀਜ਼ ਜੋ ਪਰਮੇਸ਼ਰ ਨੇ ਉਹਨਾਂ ਨੂੰ ਉਹਨਾਂ ਦੀ ਏਕਤਾ ਦੇ ਵਸੀਲੇ ਵਜੋਂ ਬਖਸ਼ੀ ਸੀ, ਉਸ ਨੂੰ ਉਹਨਾਂ ਨੇ ਉਸ ਦਾ ਆਪਣੀ ਵੰਡ ਦੇ ਵਸੀਲੇ ਵਜੋਂ ਇਸਤੇਮਾਲ ਕੀਤਾ ਸੀ। ਪਰਮੇਸ਼ਰ ਨੇ ਉਹਨਾਂ ਨੂੰ ਹਰੇਕ ਕਲੀਸਿਆ ਨਾਲੋਂ ਵੱਧ ਕੇ ਦਿੱਤਾ ਸੀ। ਉਹ ਕਿਸੇ ਵੀ ਵਰਦਾਨ ਪਿੱਛੇ ਨਹੀਂ ਸਨ, ਫਿਰ ਵੀ ਉਹ ਹਰ ਇੱਕ ਕੰਮ ਨੂੰ ਗਲਤ ਢੰਗ ਨਾਲ ਕਰਦੇ ਸਨ। ਜਿਉਂ-ਜਿਉਂ ਆਪ ਇਸ ਅਧਿਆਇ ਨੂੰ ਪੜ੍ਹਦੇ ਹੋ, ਇਹ ਤਾਂ ਬਹੁਤ ਹੀ ਰੋਚਕ ਹੈ ਜਦੋਂ ਆਪ ਵੇਖਦੇ ਹੋ ਕਿ 5 ਵਾਰ ਪੌਲੁਸ ਕਰੰਥੀਆ ਵਿਖੇ ਪਾਈ ਜਾਣ ਵਾਲੀ ਕਲੀਸਿਆ ਨੂੰ ਲਿਖਦਿਆਂ ਉਹ ਇਸ ਤਰ੍ਹਾਂ ਆਖਦਾ ਹੈ: ਜਦੋਂ ਵੀ ਤੁਸੀਂ ਇਕੱਠੇ ਹੋਵੋ, ਜਦੋਂ ਵੀ ਆਪ ਨੂੰ ਮੌਕਾ ਮਿਲੇ, ਆਪਣੀ ਬਾਈਬਲ ਨੂੰ ਪੜ੍ਹੋ ਅਤੇ ਫਿਰ ਇਸ ਦਾ ਨਿਸ਼ਾਨ ਲਗਾਓ। ਜਦੋਂ ਤੁਸੀਂ ਇਕੱਠੇ ਹੁੰਦੇ ਹੋ, ਪੌਲੁਸ ਕਰੰਥੀਆਂ ਦੀ ਕਲੀਸਿਆ ਨਾਲ ਗੱਲ ਕਰਦਾ ਹੈ, ਜੋ ਕਿ ਉਹਨਾਂ ਦੇ ਇਕੱਤਰ ਹੋਣ ਤੋਂ ਮਹੱਤਵ ਦੇ ਬਾਰੇ ਦੱਸਦਾ ਹੈ। ਅੱਜ ਦੇ ਇਸ ਯੁੱਗ ਵਿੱਚ ਜਦੋਂ ਕਿ ਅਸੀਂ ਕਲੀਸਿਆ ਨੂੰ ਇਕੱਠਾ ਕਰ ਰਹੇ ਹਾਂ ਅਤੇ ਇਸ ਨੂੰ ਛੋਟੇ-ਛੋਟੇ ਝੁੰਡਾਂ ਦੇ ਵਿੱਚ ਕਲੀਸਿਆ ਨੂੰ ਜੋੜ ਰਹੇ ਹਾਂ ਅਤੇ ਅਸੀਂ ਕਲੀਸਿਆ ਦੇ ਇਕੱਠੇ ਹੋਣ ਦੇ ਮਹੱਤਵ ਨੂੰ ਇੱਥੇ ਜ਼ੋਰ ਦੇ ਰਹੇ ਹਾਂ, ਤਦ ਬਤੌਰ ਇੱਕ ਪਾਸਵਾਨ ਇਹ ਤਾਂ ਇੱਕ ਅੱਛਾ ਅਤੇ ਦਿਲਾਸਾ ਦੇਣ ਵਾਲਾ ਅਤੇ ਉਤਸ਼ਾਹਿਤ ਕਰਨ ਵਾਲੀ ਗੱਲ ਹੈ ਉਸ ਨੂੰ ਪੜ੍ਹਨਾ ਜੋ ਕਿ ਪੌਲੁਸ ਨੇ ਕਰੰਥੀਆ ਵਿੱਚ ਪਾਈ ਜਾਣ ਵਾਲੀ ਕਲੀਸਿਆ ਨੂੰ ਆਖਿਆ ਸੀ। ਉਸ ਨੇ ਇਸ ਨਾਲ ਸੰਬੰਧਿਤ ਹਦਾਇਤਾਂ ਦਿੱਤੀਆਂ ਸਨ ਕਿ ਜਦੋਂ ਉਹ ਇਕੱਠੇ ਹੋਣ ਤਦ ਉਸ ਵੇਲੇ ਉਹਨਾਂ ਨੂੰ ਜਵਾਬਦੇਹੀ ਕਰਨੀ ਪੈਣੀ ਸੀ। ਅਤੇ ਮੈਂ ਆਪ ਨੂੰ ਇਹ ਤਰਜੀਹ ਦੇਣੀ ਚਾਹਾਂਗਾ ਕਿ ਪੌਲੁਸ ਦੀਆਂ ਹਦਾਇਤਾਂ ਜੋ ਕਿ ਉਸ ਨੇ ਬੰਦਗੀ ਦੇ ਬਾਰੇ ਦਿੱਤੀਆਂ ਸਨ, ਜਿਨ੍ਹਾਂ ਦੇ ਅਨੁਭਵ ਇੱਕ ਪ੍ਰਭੂ ਭੋਜ ਦੀ ਸੇਵਾ ਦੇ ਦੌਰਾਨ ਕੀਤਾ ਜਾਂਦਾ ਹੈ, ਇਹ ਇਸ ਦੀ ਇੱਕ ਛੋਟੀ ਤਸਵੀਰ ਹੈ ਕਿ ਵਰਤਣਾ ਚਾਹੀਦਾ ਹੈ ਜਦੋਂ ਅਸੀਂ ਬੰਦਗੀ ਦੇ ਲਈ ਇਕੱਠੇ ਹੁੰਦੇ ਹਾਂ। ਸਾਡੇ ਅੱਜ ਦੇ ਇਸ ਜ਼ਮਾਨੇ ਵਿੱਚ ਬੰਦਗੀ ਦੇ ਵਿੱਚ ਇੱਕ ਨਵੀਂ ਰੁਚੀ ਪਾਈ ਜਾਂਦੀ ਹੈ। ਹਰ ਪਾਸੇ ਲੋਕ ਇਸ ਬਾਰੇ ਗੱਲਾਂ ਕਰ ਰਹੇ ਹਨ। ਇਸ ਦੇ ਬਾਰੇ ਸੈਮੀਨਾਰ ਅਤੇ ਸਵਾਵਾਂ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਆਪ ਅਟੈਂਡ ਕਰ ਸਕਦੇ ਹੋ, ਜੋ ਕਿ ਆਪ ਦੀ ਇਹ ਸਿੱਖਣ ਵਿੱਚ ਮਦਦ ਕਰਨੀਆਂ ਕਿ ਬੰਦਗੀ ਕਿਵੇਂ ਕਰੀਦੀ ਹੈ ਅਤੇ ਬੰਦਗੀ ਕਿਵੇਂ ਚਲਾਈਦੀ ਹੈ। ਉਹ ਸਭ ਉਹਨਾਂ ਕਾਢਾਂ ਉਧਰ ਉਦਾਹਰਤ ਹਨ ਜੋ ਕਿ ਲੋਕਾਂ ਨੇ ਕੱਢੀਆਂ ਹਨ, ਜਿਸ ਦੇ ਦੁਆਰਾ ਉਹ ਬੰਦਗੀ ਨੂੰ ਪ੍ਰਫੁੱਲਿਤ ਕਰਦੇ ਹਨ ਅਤੇ ਉਹਨਾਂ ਵਿੱਚੋਂ ਕੁਝ ਕੁ ਬਹੁਤ ਅੱਛੀਆਂ ਹਨ, ਪਰ ਉਹਨਾਂ ਵਿੱਚੋਂ ਕੁਝ ਬਾਈਬਲ ਉੱਤੇ ਆਧਾਰਿਤ ਨਹੀਂ ਹੈ। ਪਰ ਜੋ ਕੁਝ ਪਰਮੇਸ਼ਰ ਸਾਨੂੰ ਆਪਣੀ ਬਾਣੀ ਵਿੱਚ ਇਸ ਬਾਰੇ ਸਿਖਾਉਂਦਾ ਹੈ ਕਿ ਬੰਦਗੀ ਨੂੰ ਕਿਵੇਂ ਕਰੀਦਾ ਹੈ, ਅਸੀਂ ਉਸ ਨੂੰ ਪਿੱਛੇ ਨਹੀਂ ਪਾ ਸਕਦੇ। ਇਸ ਬਾਣੀ ਦੇ ਭਾਗ ਵਿੱਚ ਇੱਕ ਖਾਸ ਥਾਂ ਤੇ ਉਹ ਸਾਨੂੰ ਕੁਝ ਬਹੁਤ ਹੀ ਨੇਕ ਸਿਧਾਂਤ ਬਾਰੇ ਦੱਸਦਾ ਹੈ, ਸਾਡੀ ਇਸ ਵਿੱਚ ਮਦਦ ਕਰਨ ਲਈ ਕਿ ਅਸੀਂ ਜਾਣੀਏ ਜਦੋਂ ਅਸੀਂ ਇਕੱਠੇ ਹੁੰਦੇ ਹਾਂ ਤਦ ਅਸੀਂ ਪ੍ਰਭੂ ਦੀ ਬੰਦਗੀ ਕਿਵੇਂ ਕਰੀਏ। ਜਦੋਂ ਅਸੀਂ ਪਰਮੇਸ਼ਰ ਦੇ ਲੋਕਾਂ ਵਜੋਂ ਇਕੱਠੇ ਹੁੰਦੇ ਹਾਂ, ਸਾਡੇ ਲਈ ਇਸ ਨੂੰ ਪ੍ਰਭੂ ਭੋਜ ਨਾਲ ਸੰਬੰਧਿਤ ਬਾਈਬਲ ਬਾਣੀ ਦੇ ਇੱਕ ਭਾਗ ਵਜੋਂ ਲੈਣਾ ਸਾਡੇ ਲਈ ਆਸਾਨ ਹੋਵੇਗਾ। ਬਸ ਇੱਕ ਇਹੋ ਜਿਹਾ ਭਾਗ ਵਜੋਂ ਜੋ ਕਿ ਪ੍ਰਭੂ ਦੀ ਮੇਜ਼ ਦੇ ਨਾਲ ਸੰਬੰਧਿਤ ਹੈ। ਇਹ ਤਾਂ ਨਵੇਂ ਨੇਮ ਦਾ ਇੱਕ ਆਧੁਨਿਕ ਭਾਗ ਹੈ ਜੋ ਸਾਨੂੰ ਇਹ ਦੱਸਦਾ ਹੈ ਕਿ ਅਸੀਂ ਪ੍ਰਭੂ ਭੋਜ ਨੂੰ ਕਿਵੇਂ ਅਪਣਾਈਏ। ਅਤੇ ਜਿਉਂ-ਜਿਉਂ ਅਸੀਂ ਪ੍ਰਭੂ ਭੋਜ ਦੀ ਮੇਜ਼ ਕੋਲ ਆਏ ਹਾਂ, ਅਸੀਂ ਇਸ ਦੇ ਬਾਰੇ ਬਹੁਤ ਵਾਰ ਅਧਿਐਨ ਕਰ ਚੁੱਕੇ ਹਾਂ, ਪਰ ਮੈਂ ਚਾਹੁੰਦਾ ਹਾਂ ਕਿ ਆਪ ਉਹਨਾਂ ਸਿਧਾਂਤਾਂ ਦੀ ਉਦਾਹਰਨ ਉੱਤੇ ਗੌਰ ਕਰੋ ਜੋ ਕਿ ਪਰਮੇਸ਼ਰ ਨੇ ਸਾਨੂੰ ਇਸ ਵਾਸਤੇ ਦਿੱਤੇ ਹਨ ਕਿ ਅਸੀਂ ਜਾਣੀਏ ਅਸੀਂ ਜਦੋਂ ਵੀ ਇੱਕ ਕਲੀਸਿਆ ਵਜੋਂ ਮਸੀਹ ਦੀ ਦੇਹ ਵਜੋਂ ਇਕੱਠੇ ਹੁੰਦੇ ਹਾਂ ਤਦ ਅਸੀਂ ਕਿਵੇਂ ਬੰਦਗੀ ਕਰੀਏ। ਨੰਬਰ 1, ਬੰਦਗੀ ਦਾ ਅਪਮਾਨ। ਪਹਿਲੀ ਗੱਲ ਜੋ ਆਪ ਨੂੰ ਨੋਟ ਕਰਨ ਦੀ ਜ਼ਰੂਰਤ ਹੈ ਉਹ ਹੈ ਉਹ ਸਮੱਸਿਆ ਜਿਨ੍ਹਾਂ ਨੂੰ ਪੌਲੁਸ ਨੇ ਸੰਬੋਧਿਤ ਕੀਤਾ ਸੀ। ਅਤੇ ਇਸ ਤਰ੍ਹਾਂ ਪਹਿਲਾ ਕਰੰਥੀਆਂ ਦੀ ਪੱਤਰੀ 11 ਅਧਿਆਏ ਦੇ 17 ਤੋਂ ਲੈ ਕੇ 22 ਐਤਾਂ ਦੇ ਵਿੱਚ ਜੇਕਰ ਆਪ ਨੇ ਇਸ ਸੰਦੇਸ਼ ਦੀ ਰੂਪ ਰੇਖਾ ਨੂੰ ਲਿਖ ਲਿਆ ਹੈ, ਆਪ ਗੌਰ ਕਰੋ, ਉਹ ਇਹ ਸਭ ਦਾ ਆਰੰਭ ਬੰਦਗੀ ਦੇ ਅਪਮਾਨ ਬਾਰੇ ਗੱਲ ਕਰਦਿਆਂ ਕਰਦਾ ਹੈ। 2 ਮੁੱਖ ਗੱਲਾਂ ਹਨ ਜੋ ਕਿ ਪਰਮੇਸ਼ਰ ਵੱਲੋਂ ਸਾਡੇ ਲਈ ਸਥਾਪਿਤ ਕੀਤੀਆਂ ਗਈਆਂ ਹਨ। ਮਸੀਹਾਂ ਵਜੋਂ ਦੇ ਲਈ ਸਥਾਪਿਤ ਕੀਤੀਆਂ ਗਈਆਂ
ਹਨ ਜੋ ਕਿ ਬਾਈਬਲ ਉੱਤੇ ਆਧਾਰਿਤ ਹਨ। ਇਹ ਦੋ ਵਿਧਾਨ ਬਪਤਿਸਮਾ ਅਤੇ ਪ੍ਰਭੂ ਭੋਜ ਦੀ ਮੇਜ਼ ਹਨ। ਇਸ ਤੋਂ ਇਲਾਵਾ ਹੋਰ ਕੋਈ ਨਹੀਂ ਹੈ। ਇਸ ਵਿੱਚ ਹੋਰ ਕੁਝ ਵੀ ਜੋੜਿਆ ਨਹੀਂ ਗਿਆ ਹੈ। ਕੁਝ ਕੁ ਲੋਕਾਂ ਨੇ ਹੋਰ ਬਹੁਤ ਜੋੜ ਛੱਡਿਆ ਹੈ, ਪਰ ਬਾਈਬਲ ਸਾਨੂੰ ਸਿਰਫ ਦੋ ਬਾਰੇ ਸਿਖਾਉਂਦੀ ਹੈ ਅਤੇ ਇਹ ਹਨ ਬਪਤਿਸਮਾ ਅਤੇ ਪ੍ਰਭੂ ਭੋਜ। ਜਦੋਂ ਵੀ ਇੱਕ ਕਲੀਸਿਆ ਇਕੱਠੀਆਂ ਹੋ ਕੇ ਅੱਛੇ ਨਵੇਂ ਨੇਮ ਦੀ ਭਾਵਨਾ ਦੇ ਨਾਲ ਇਸ ਨੂੰ ਲੈਂਦੀ ਹੈ, ਤਦ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦੇ ਦੋ ਗੱਲਾਂ ਨੂੰ ਹਮੇਸ਼ਾ ਹੀ ਪੂਰਾ ਕਰੇਗਾ। ਉਹ ਹਮੇਸ਼ਾ ਹੀ ਬਪਤਿਸਮੇ ਦੀ ਸੇਵਾ ਵਿੱਚ ਲੱਗਣਗੇ ਅਤੇ ਉਹ ਹਮੇਸ਼ਾ ਹੀ ਪ੍ਰਭੂ ਦੀ ਮੇਜ਼ ਵਿੱਚ ਸ਼ਾਮਲ ਹੋ ਰਹੇ ਹੋਣਗੇ। ਹੁਣ ਪ੍ਰਭੂ ਦੀ ਮੇਜ਼, ਜਿਵੇਂ ਕਿ ਆਪ ਜਾਣਦੇ ਹੋ ਕਿ ਇਹ ਬਰਕਤ ਦੇ ਇੱਕ ਵਿਅਕਤੀ ਦੇ ਵਜੋਂ ਹੋਣੀ ਚਾਹੀਦੀ ਹੈ, ਪਰ ਕਰੰਥੀਆ ਵਿਖੇ ਪਾਈ ਜਾਣ ਵਾਲੀ ਕਲੀਸਿਆ ਵਿੱਚ ਇਹ ਤਾਂ ਇੱਕ ਸਮੱਸਿਆ ਬਣ ਚੁੱਕੀ ਸੀ। 17 ਆਇਤ ਦੇ ਵਚਨ ਇਸ ਤਰ੍ਹਾਂ ਆਖਦੇ ਹਨ, ਪਰੰਤੂ ਮੈਂ ਜੋ ਇਹ ਆਗਿਆ ਤੁਹਾਨੂੰ ਦਿੰਦਾ ਹਾਂ, ਮੈਂ ਤੁਹਾਡੀ ਵਡਿਆਈ ਨਹੀਂ ਕਰਦਾ, ਜੋ ਤੁਹਾਡੇ ਇਕੱਠੇ ਹੋਣ ਤੋਂ ਭਲਾਈ ਨਹੀਂ ਸਗੋਂ ਬੁਰਾਈ ਹੁੰਦੀ ਹੈ। ਅਤੇ ਫਿਰ ਉਹ ਦੋ ਸ਼ਬਦਾਂ ਦਾ ਇਸਤੇਮਾਲ ਇਸ ਦਾ ਵਰਣਨ ਕਰਨ ਦੇ ਲਈ ਕਰਦਾ ਹੈ ਕਿ ਕਰੰਥੀਆਂ ਦੀ ਕਲੀਸਿਆ ਵਿੱਚ ਕੀ ਵਰਪਿਆ ਸੀ, ਜਿਸ ਦੇ ਕਾਰਨ ਉਹ ਜੋ ਪਰਮੇਸ਼ਰ ਦੇ ਲਈ ਉਸ ਨੂੰ ਉਹਨਾਂ ਨੇ ਇਨਸਾਨ ਦੇ ਲਈ ਬਣਾ ਦਿੱਤਾ ਸੀ। ਇੱਥੇ ਗੌਰ ਕਰੋ, ਦੋ ਗੱਲਾਂ ਹਨ ਜੋ ਕਿ ਉਦੋਂ ਵਰਪੀਆਂ ਜਦੋਂ ਤੁਸੀਂ ਇਕੱਠੇ ਹੁੰਦੇ ਹੋ। ਪਹਿਲੀ ਗੱਲ ਵੰਡਾਂ ਅਤੇ ਦੂਸਰੀਆਂ ਗਲਤ ਸਿੱਖਿਆ। ਵੰਡਾਂ ਅਤੇ ਗਲਤ ਸਿੱਖਿਆ। ਮੈਂ ਚਾਹੁੰਦਾ ਹਾਂ ਕਿ ਆਪ ਆਪਣੀਆਂ ਬਾਈਬਲਾਂ ਵਿੱਚ ਪਹਿਲਾ ਕਰੰਥੀਆਂ ਦੀ ਪੱਤਰੀ 10 ਅਧਿਆਏ ਦੀ 16 ਐਤ ਦੇ ਵਚਨਾਂ ਤੇ ਗੌਰ ਕਰੋ। ਇੱਥੇ ਲਿਖਿਆ ਹੈ, ਉਹ ਬਰਕਤ ਦਾ ਪਿਆਲਾ ਜਿਹਦੇ ਉੱਤੇ ਅਸੀਂ ਬਰਕਤ ਮੰਗਦੇ ਹਾਂ ਕਿ ਉਹ ਮਸੀਹ ਦੇ ਲਹੂ ਦੀ ਸਾਂਝ ਨਹੀਂ, ਉਹ ਰੋਟੀ ਜਿਹਨੂੰ ਅਸੀਂ ਤੋੜਦੇ ਹਾਂ ਕਿ ਉਹ ਮਸੀਹ ਦੇ ਸਰੀਰ ਦੀ ਸਾਂਝ ਨਹੀਂ। ਇੱਥੇ ਪਲੂਸ ਨੇ ਪਹਿਲਾਂ ਹੀ ਇਸ ਗੱਲਬਾਤ ਦੇ ਲਈ ਤਿਆਰ ਕਰ ਰਿਹਾ ਹੈ, ਜਿਵੇਂ ਕਿ ਉਸ ਨੇ ਇਸ ਦੇ ਬਾਰੇ ਪਰਿਭਾਸ਼ਾ ਅਤੇ ਵਰਣਨ ਕੀਤਾ ਹੈ ਕਿ ਪ੍ਰਭੂ ਭੋਜ ਪ੍ਰਭੂ ਯਿਸੂ ਦੀ ਦੇਹ ਅਤੇ ਲਹੂ ਦੀ ਇੱਕ ਪਛਾਣ ਹੈ। ਅਸੀਂ ਫਿਲਿੱਪੀਆਂ ਦੀ ਪੁਸਤਕ ਵਿੱਚ ਪੜ੍ਹਦੇ ਹਾਂ, ਜੋ ਕਿ ਪਾਲੂਸ ਨੇ ਫਿਲਿੱਪੀਆਂ ਵਿਖੇ ਪਾਈ ਜਾਣ ਵਾਲੀ ਕਲੀਸਿਆ ਨੂੰ ਲਿਖੀ ਸੀ, ਕਿ ਅਸੀਂ ਮਸੀਹ ਹੁੰਦੇ ਹੋਏ ਸਾਨੂੰ ਚਾਹੀਦਾ ਹੈ ਕਿ ਅਸੀਂ ਏਕਤਾ ਵਿੱਚ ਇਕੱਠੇ ਹੋਈਏ। ਸਾਨੂੰ ਇੱਕ ਮਨ ਹੋਣਾ ਚਾਹੀਦਾ ਹੈ ਅਤੇ ਸਾਨੂੰ ਇੱਕੋ ਹੀ ਮਨ ਰੱਖਣਾ ਚਾਹੀਦਾ ਹੈ। ਸਾਨੂੰ ਇੱਕੋ ਹੀ ਵਿਚਾਰ ਅਤੇ ਇੱਕੋ ਹੀ ਮਨ ਵਾਲੇ ਹੋਣਾ ਚਾਹੀਦਾ ਹੈ। ਪਰ ਇੱਥੇ ਕਰੰਥੀਆਂ ਵਿਖੇ ਪਾਈ ਜਾਣ ਵਾਲੀ ਕਲੀਸਿਆ ਵਿਖੇ ਉਹਨਾਂ ਦਾ ਬਾਹਰੀ ਦਿਖਾਵਾ, ਜੋ ਕਿ ਉਸਦੀ ਦੇਹ ਦੀ ਏਕਤਾ ਦੀ ਤਸਵੀਰ ਰਹਿ ਚੁੱਕੀ ਸੀ, ਇਸ ਦੀ ਬਜਾਏ ਉਹ ਤਾਂ ਇਸ ਦਾ ਇੱਕ ਵਸੀਲਾ ਬਣ ਚੁੱਕੇ ਸੀ, ਜਿਸ ਦੀ ਦੁਆਰਾ ਉਹ ਕਲੀਸਿਆ ਇਸ ਗੱਲ ਦੇ ਉੱਤੇ ਜ਼ੋਰ ਦੇਣ ਲਈ ਇਕੱਠੀ ਹੋਈ ਸੀ, ਜੋ ਕਿ ਮਸੀਹ ਵਿੱਚ ਏਕਤਾ ਦੇ ਉੱਤੇ ਜ਼ੋਰ ਦੇਣ ਵਾਲੀ ਗੱਲ ਨਹੀਂ ਸੀ, ਬਲਕਿ ਉਹਨਾਂ ਦੇ ਭਿੰਨ-ਭਿੰਨ ਖਿਆਲ ਸਨ। ਕਰੰਥੀਆਂ ਦੀ ਕਲੀਸਿਆ ਸ਼ਖਸੀਅਤ ਦੇ ਇੱਕ ਸਮੁਦਾਇ ਦੇ ਇਰਦ ਦਿਖਾਈ ਗਈ ਸੀ। ਉਹਨਾਂ ਵਿੱਚ ਕੁਝ ਜਿਵੇਂ ਅਪਲੂਸ ਦੇ ਨਾਲ ਜੋੜੇ ਹੋਏ ਸਨ ਅਤੇ ਕੁਝ ਪਲੂਸ ਦੇ ਨਾਲ, ਕੁਝ ਦੇ ਨਾਲ ਅਤੇ ਕੁਝ ਅਸਲ ਰੂਹਾਨੀ ਹਨ, ਜੋ ਇਹ ਆਖਦੇ ਸਨ ਕਿ ਅਸੀਂ ਮਸੀਹ ਹਾਂ। ਅਤੇ ਉਹਨਾਂ ਨੇ ਆਪਣੇ ਆਪ ਨੂੰ ਨਿਰਪੱਖ ਟੋਲੀਆਂ ਵਿੱਚ ਵੰਡਿਆ ਹੋਇਆ ਸੀ। ਜੋ ਕਲੀਸਿਆ ਦੇ ਅੰਦਰ ਆਉਂਦੇ ਸਨ, ਉਹ ਸਾਰੇ ਉਹਨਾਂ ਦੇ ਆਪਣੇ ਮਨੁੱਖੀ ਆਗੂ ਦੇ ਦੁਆਲੇ ਇਕੱਠੇ ਹੋਣ ਦਾ ਦਿਖਾਵਾ ਕਰਦੇ ਸਨ। ਅਤੇ ਪਲੂਸ ਦੇ ਅਨੁਸਾਰ ਜੋ ਉਹ 11 ਅਧਿਆਏ ਵਿੱਚ ਆਖਦਾ ਹੈ, ਇਹ ਹੁਣ ਉਹਨਾਂ ਦੀ ਬੰਦਗੀ ਦੀ ਸਭਾ ਵਿੱਚ ਵੀ ਆ ਚੁੱਕਿਆ ਸੀ। ਇਸ ਸੇਵਾ ਦੇ ਵਿੱਚ ਜੋ ਕਿ ਇਹ ਉਦਾਹਰਨ ਅਤੇ ਤਸਵੀਰ ਪੇਸ਼ ਕਰਦੀ ਸੇਵਾ ਹੋਣੀ ਚਾਹੀਦੀ ਸੀ ਕਿ ਉਹ ਮਸੀਹ ਵਿੱਚ ਉਸ ਦੇ ਲਹੂ ਅਤੇ ਉਸ ਦੀ ਦੇਹ ਦੇ ਕਾਰਨ ਇੱਕ ਸਨ, ਪਰ ਉਹ ਹੁਣ ਇਕੱਠੇ ਸਨ। ਉਹ ਇਸ ਮੌਕੇ ਦਾ ਇਸਤੇਮਾਲ ਉਹਨਾਂ ਦੇ ਨੂੰ ਪ੍ਰਗਟ ਕਰਨ ਲਈ ਇਸਤੇਮਾਲ ਕਰ ਰਹੇ ਸਨ, ਨਾ ਕਿ ਉਹਨਾਂ ਦੀ ਏਕਤਾ ਦੇ ਲਈ। 18 ਐਤ ਵਿੱਚ ਪਲੂਸ ਇੱਥੇ ਫੋਟਕ ਸ਼ਬਦ ਦਾ ਇਸਤੇਮਾਲ ਕਰਦਾ ਹੈ। ਇਹ ਤਾਂ ਆਪਸ ਵਿੱਚ ਅੰਡ ਜਾਂ ਵੰਡ ਹੋਣ ਵਾਲੋਂ ਵੱਧ ਭਾਵ ਪੂਰੀ ਤਰ੍ਹਾਂ ਇੱਕ ਦੂਸਰੇ ਤੋਂ ਦੂਰ ਹੋਣ ਦਾ ਹੱਕ ਰੱਖਦਾ ਹੈ। ਉਹ ਆਪਣਾ ਮਨ ਭਾਉਂਦੇ ਪ੍ਰਚਾਰਾਂ ਦੇ ਆਲੇ ਦੁਆਲੇ ਇਕੱਠੇ ਸਨ। ਸਾਡੇ ਅੱਜ ਦੇ ਸਮਾਜ ਵਿੱਚ ਅਸੀਂ ਇਸ ਨੂੰ ਇਸ ਤਰ੍ਹਾਂ ਆਖਰੀ ਕਿਉਂ ਆਪਣੇ ਆਪ ਸਟਾਫ ਮੈਂਬਰ ਦੇ ਕੋਲ ਇਕੱਠੇ ਹੁੰਦੇ ਸਨ, ਉਹਨਾਂ ਦੇ ਮਨ ਭਾਉਂਦੇ ਸਟਾਫ ਮੈਂਬਰਾਂ ਦੇ ਦੁਆਲੇ। 19 ਐਤ ਦੇ ਵਿੱਚ ਕੁਪਤ ਸ਼ਬਦ ਦਾ ਜ਼ਿਕਰ ਆਉਂਦਾ ਹੈ, ਜੋ ਕਿ ਫੋਟਕਾਂ ਸ਼ਬਦਾਂ ਤੋਂ ਵੀ ਜ਼ਿਆਦਾ ਮਜ਼ਬੂਤ ਸੁਣਾਈ ਦਿੰਦਾ ਹੈ। ਕੁਪਤ ਸ਼ਬਦ ਜੋ ਕਿ ਅਕਸਰ ਸਿੱਖਿਆ ਨਾਲ ਸੰਬੰਧਿਤ ਅਨੇਕਤਾ ਅਤੇ ਸਿੱਖਿਆ ਨਾਲ ਸੰਬੰਧਿਤ ਖਰਾਬੀ ਦਾ ਜ਼ਿਕਰ ਕਰਦਾ ਹੈ, ਪਰ ਇਸ ਖਾਸ ਜਗ੍ਹਾ ਤੇ ਇਸ ਦਾ ਸੰਬੰਧ ਸਿੱਖਿਆ ਨਾਲ ਨਹੀਂ। ਇਹ ਇੱਕ ਇਹੋ ਜਿਹਾ ਸ਼ਬਦ ਹੈ ਜਿਸ ਦਾ ਅਰਥ ਅੱਡ ਹੋਣ ਜਾਂ ਫਿਰ ਅਲੱਗ ਦਿਸ਼ਾਵਾਂ ਵੱਲ ਤੁਰਨਾ ਹੁੰਦਾ ਹੈ। ਇਹ ਫੋਟਕ ਸ਼ਬਦ ਦਾ ਇੱਕ ਗਹਿਰਾ ਪ੍ਰਗਟਾਵਾ ਹੈ। ਉਹ ਤਾਂ ਸਿਰਫ ਉਸੇ ਉੱਤੇ ਗੌਰ ਕਰਨ ਦੇ ਲਈ ਹੁੰਦੇ ਸਨ ਜਿਸ ਉੱਤੇ ਉਹ ਸਹਿਮਤ ਨਹੀਂ ਸਨ ਹੁੰਦੇ। ਹੁਣ ਤਾਂ ਉਹਨਾਂ ਨੇ ਆਪਣੇ ਆਪ ਵਿਚਕਾਰ ਅਤੇ ਦੇਹ ਦੇ ਬਾਕੀ ਅੰਗਾਂ ਦੇ ਵਿਚਕਾਰ ਇੱਕ ਗਹਿਰੀ ਖੱਡ ਨੂੰ ਉਤਰਨ ਦੀ ਇਜਾਜ਼ਤ ਦੇ ਦਿੱਤੀ ਸੀ। ਅਤੇ ਆਪ ਨੂੰ ਸਮਝ ਸਕਦੇ ਹੋ ਕਿ ਉਹਨਾਂ ਦੀਆਂ ਮਨ ਦੀਆਂ ਅੱਖਾਂ ਦੇ ਵਿਚਕਾਰ ਕੀ ਸੀ ਜਦੋਂ ਉਹ ਪ੍ਰਭੂ ਭੋਜ ਲਈ ਇਕੱਠੇ ਹੁੰਦੇ ਸਨ। ਜਿਉਂ ਹੀ ਉਹ ਦਰਵਾਜ਼ੇ ਦੇ ਵਿੱਚੋਂ ਅੰਦਰ ਆਉਂਦੇ ਸਨ, ਉਹ ਭੀੜ ਦੇ ਅੰਦਰ ਇਹ ਤੱਕਦੇ ਸਨ ਕਿ ਉਹਨਾਂ ਦੇ ਲੋਕ ਕਿੱਥੇ ਹਨ, ਅਤੇ ਉਹ ਆਪਣੀ ਭੀੜ ਦੇ ਵਿੱਚ ਜਾ ਮਿਲਦੇ ਸਨ। ਅਤੇ ਇਸ ਤਰ੍ਹਾਂ
ਕਰੰਥੀਆਂ ਵਿਖੇ ਪਾਈ ਜਾਣ ਵਾਲੀ ਕਲੀਸਿਆ ਦੇ ਵਿੱਚ ਇੱਕ ਝੁੰਡ ਉੱਥੇ ਹੁੰਦਾ ਸੀ ਤੇ ਇੱਕ ਝੁੰਡ ਇੱਕ ਉੱਥੇ, ਅਤੇ ਉਹਨਾਂ ਨੇ ਕਲੀਸਿਆ ਨੂੰ ਛੋਟੀਆਂ-ਛੋਟੀਆਂ ਟੋਲੀਆਂ ਦੇ ਵਿੱਚ ਵੰਡ ਦਿੱਤਾ ਸੀ, ਜੋ ਕਿ ਪਰਮੇਸ਼ਰ ਦੇ ਵਚਨ ਦੀ ਸਿੱਖਿਆ ਦੇ ਅਨੁਸਾਰ ਨਹੀਂ ਹੈ। ਪਹਿਲੀ ਗੱਲ, ਊੜਾ ਭਾਗ, ਉਹਨਾਂ ਵਿੱਚ ਕੋਈ ਸਾਂਝ ਨਹੀਂ ਸੀ। ਪੌਲੁਸ ਆਖਦਾ ਹੈ, ਮੈਂ ਇਸ ਵਿੱਚ ਤੁਹਾਡੀ ਵਡਿਆਈ ਨਹੀਂ ਕਰਦਾ। ਸਾਡੇ ਵਿੱਚੋਂ ਸਾਰਿਆਂ ਲਈ ਅੱਜ ਦੇ ਜ਼ਮਾਨੇ ਵਿੱਚ ਇਹ ਕਿੰਨੀ ਕਠੋਰ ਗੱਲ ਸਾਨੂੰ ਯਾਦ ਕਰਾਈ ਜਾਂਦੀ ਹੈ ਜਦੋਂ ਅਸੀਂ ਪਰਮੇਸ਼ਰ ਦੀ ਬੰਦਗੀ ਕਰਨ ਦੇ ਲਈ ਇਕੱਠੇ ਹੁੰਦੇ ਹਾਂ। ਦੋਸਤੋ, ਉਮੀਦ ਕਰਦੇ ਹਾਂ ਕਿ ਦਿਸ਼ਾ ਪਰਿਵਰਤਨ ਦਾ ਸਾਡਾ ਇਹ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਅੱਜ ਦੇ ਅਧਿਐਨ ਪ੍ਰੋਗਰਾਮ ਦੇ ਵਿੱਚ ਅਸੀਂ ਕਲੀਸਿਆਈ ਮੈਂਬਰਸ਼ਿਪ ਬਾਰੇ ਸਿੱਖ ਰਹੇ ਸੀ। ਅਸੀਂ ਸਿੱਖਿਆ ਕਿ ਸਾਨੂੰ ਕਿਸੇ ਵੀ ਕਲੀਸਿਆ ਦਾ ਹਿੱਸਾ ਬਣਨਾ ਬਹੁਤ ਜ਼ਰੂਰੀ ਹੈ। ਅਸੀਂ ਆਰੰਭਿਕ ਕਲੀਸਿਆ ਦੇ ਬਾਰੇ ਜਾਣਦੇ ਹੋਏ ਵੇਖਿਆ ਕਿ ਉਸ ਸਮੇਂ ਦੀ ਕਲੀਸਿਆ ਦੇ ਵਿੱਚ ਸਾਰੀਆਂ ਚੀਜ਼ਾਂ ਸਾਂਝੀਆਂ ਸਨ। ਲੋਕ ਹਰ ਰੋਜ਼ ਇੱਕ ਦੂਜੇ ਦੇ ਨਾਲ ਸੰਗਤੀ ਕਰਦੇ ਸਨ। ਸੰਗਤੀ ਸ਼ਬਦ ਅੰਗਰੇਜ਼ੀ ਦੇ ਸ਼ਬਦ ਕੋਇਨੋਨੀਆ ਤੋਂ ਆਇਆ, ਜਿਸ ਦਾ ਅਰਥ ਹਿੱਸੇਦਾਰੀ ਜਾਂ ਵੰਡਣਾ ਹੁੰਦਾ ਹੈ। ਸੰਗਤ ਸ਼ਬਦ ਪੈਂਤੀਕੁਸਤ ਦੇ ਦਿਨ ਹੋਂਦ ਵਿੱਚ ਆਇਆ ਸੀ, ਜੋ ਕਿ ਇਜ਼ਰਾਈਲ ਦੇ ਲੋਕਾਂ ਦਾ ਇੱਕ ਮਹੱਤਵਪੂਰਨ ਤਿਉਹਾਰ ਹੈ। ਕਲੀਸਿਆ ਦੇ ਲੋਕ ਇੱਕ ਦੂਜੇ ਨਾਲ ਸੰਗਤੀ ਕਰਨ ਦੀ ਖਾਤਰ ਆਪਣੇ ਘਰਾਂ ਨੂੰ ਖੋਲ ਦਿੰਦੇ ਸੀ। ਲੋਕ ਘਰ ਘਰ ਸੰਗਤੀ ਕਰਦੇ ਸੀ। ਦੋਸਤੋ, ਜੇਕਰ ਅਸੀਂ ਕਿਸੇ ਕਲੀਸਿਆ ਦੇ ਅੰਗ ਹੁੰਦੇ ਤਾਂ ਅਸੀਂ ਉਸ ਕਲੀਸਿਆ ਦੇ ਲੋਕਾਂ ਨਾਲ ਸੰਗਤੀ ਕਰਦੇ ਹਾਂ ਅਤੇ ਇਕੱਠੇ ਮਿਲ ਕੇ ਪ੍ਰਾਰਥਨਾ ਕਰਦੇ ਹਾਂ ਅਤੇ ਇੱਕ ਦੂਜੇ ਦਾ ਆਤਮਿਕ ਲਾਭ ਪ੍ਰਾਪਤ ਕਰਦੇ ਹਾਂ। ਇਸ ਤੋਂ ਬਾਅਦ ਅਸੀਂ ਪ੍ਰਭੂ ਭੋਜ ਦੇ ਵਿਸ਼ੇ ਉੱਤੇ ਗੱਲਬਾਤ ਕਰਨਾ ਸ਼ੁਰੂ ਕੀਤਾ। ਸਾਡਾ ਇਹ ਵਿਸ਼ਾ ਅਗਲੇ ਪ੍ਰੋਗਰਾਮ ਦੇ ਵਿੱਚ ਵੀ ਜਾਰੀ ਰਹੇਗਾ। ਦੋਸਤੋ, ਅਸੀਂ ਵਿਸ਼ਵਾਸ ਕਰਦੇ ਹਾਂ ਕਿ ਸਾਡੇ ਅੱਜ ਦੇ ਪ੍ਰੋਗਰਾਮ ਤੋਂ ਤੁਹਾਨੂੰ ਬਹੁਤ ਬਰਕਤ ਮਿਲੀ ਹੋਏਗੀ। ਹੁਣ ਸਾਨੂੰ ਇਜਾਜ਼ਤ ਦਿਓ, ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮਿਲਾਂਗੇ। ਆਓ ਪ੍ਰਾਰਥਨਾ ਕਰੀਏ। ਮਹਾਨ ਸੱਚੇ ਜੀਵ ਤੇ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਸਾਨੂੰ ਆਤਮਿਕਤਾ ਦੀ ਬਰਕਤਾਂ ਦੇਣ ਵਾਲੇ ਪ੍ਰਭੂ, ਕਲੀਸਿਆ ਦੇ ਵਿੱਚ ਇੱਕ ਅੱਛਾ ਸਥਾਨ ਦਿਵਾਉਣ ਵਾਲੇ ਪ੍ਰਭੂ, ਤੁਹਾਡਾ ਧੰਨਵਾਦ ਕਰਦੇ ਹਾਂ। ਅੱਜ ਤੁਸੀਂ ਪ੍ਰਭੂ ਜੀ ਆਪਣੇ ਵਚਨ ਦੇ ਦੁਆਰਾ ਸਾਨੂੰ ਸਿਖਾਇਆ ਕਿ ਕਲੀਸਿਆ ਦਾ ਅੰਗ ਹੋਣਾ, ਉਹਦਾ ਮੈਂਬਰ ਹੋਣਾ ਕਿੰਨਾ ਮਹੱਤਵਪੂਰਨ ਹੈ ਔਰ ਇਸ ਤੋਂ ਸਾਨੂੰ ਕੀ ਕੀ ਲਾਭ ਹੁੰਦੇ ਹਨ। ਪ੍ਰਭੂ ਜੀ, ਜਿਸ ਤਰ੍ਹਾਂ ਦਾ ਇੱਕ ਕੋਲਾ ਜਦ ਤੱਕ ਉਹ ਦੂਜੇ ਕੋਲਿਆਂ ਨਾਲ ਮਿਲਿਆ ਰਹਿੰਦਾ ਹੈ ਤਦ ਤੱਕ ਉਹ ਤਪਦਾ ਰਹਿੰਦਾ ਹੈ, ਲੇਕਿਨ ਜਦੋਂ ਉਸ ਤੋਂ ਅਲੱਗ ਹੋ ਜਾਂਦਾ ਹੈ ਤਾਂ ਠੰਡਾ ਪੈ ਜਾਂਦਾ ਹੈ। ਇਹੋ ਹੀ ਪ੍ਰਭੂ ਸਾਡੀ ਕਲੀਸਿਆਈ ਮੈਂਬਰਸ਼ਿਪ ਦੀ ਮਹੱਤਵਤਾ ਹੈ ਔਰ ਤੁਸੀਂ ਸਾਨੂੰ ਬਹੁਤ ਅੱਛੀ ਤਰੀਕੇ ਨਾਲ ਸਮਝਾਇਆ। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਪ੍ਰਭੂ, ਭੋਜ ਬਾਰੇ ਵੀ ਤੁਸੀਂ ਸਮਝਾਇਆ ਪ੍ਰਭੂ ਜੀ। ਇਹ ਇੱਕ ਮਹੱਤਵਪੂਰਨ ਰੀਤ ਹੈ, ਬਹੁਤ ਹੀ ਪਵਿੱਤਰ ਰੀਤ ਹੈ ਪ੍ਰਭੂ। ਤੁਸੀਂ ਸਾਨੂੰ ਸਿਖਾਇਆ ਕਿ ਅਸੀਂ ਇਸ ਰੀਤ ਦੇ ਵਿੱਚ ਸ਼ਾਮਿਲ ਹੋ ਸਕਦੇ ਹਾਂ ਜੇਕਰ ਅਸੀਂ ਤੌਬਾ ਕੀਤੀ ਹੈ, ਜੇਕਰ ਅਸੀਂ ਪ੍ਰਭੂ ਦੇ ਵਿੱਚ ਨਵਾਂ ਜਨਮ ਲਿਆ ਹੋਇਆ। ਪਿਤਾ, ਜਿੰਨੀਆਂ ਵੀ ਗੱਲਾਂ ਪ੍ਰਭੂ ਜੀ ਅੱਜ ਅਸੀਂ ਸਿੱਖੀਆਂ, ਮੈਂ ਵਿਸ਼ਵਾਸ ਕਰਦਾ ਪ੍ਰਭੂ ਜੀ ਸਾਡੇ ਦਰਸ਼ਕਾਂ ਦੇ ਦਿਲਾਂ ਵਿੱਚ ਉਤਰ ਗਈਆਂ ਹੋਣਗੀਆਂ। ਪਿਤਾ ਪਰਮੇਸ਼ਰ, ਮੈਂ ਪ੍ਰਾਰਥਨਾ ਕਰਦਾ ਪ੍ਰਭੂ ਜੀ, ਇਹਨਾਂ ਗੱਲਾਂ ਦੇ ਜ਼ਰੀਏ ਉਹਨਾਂ ਦੇ ਜੀਵਨ ਦੇ ਵਿੱਚ ਜਾਇਜ਼ ਫਲ ਲੈ ਕੇ ਆਓ ਪਿਤਾ। ਉਹਨਾਂ ਦੇ ਜੀਵਨਾਂ ਨੂੰ ਪ੍ਰਭੂ ਜੀ ਉਪਜਾਊ ਬਣਾਓ ਤਾਂ ਕਿ ਉਹ ਬਹੁਤ ਸਾਰਾ ਫਲ ਪੈਦਾ ਕਰਨ ਔਰ ਪਿਤਾ ਪਰਮੇਸ਼ਰ ਇਹਦੇ ਜ਼ਰੀਏ ਤੁਹਾਡੇ ਨਾਮ ਨੂੰ ਮਹਿਮਾ ਮਿਲੇ। ਸਾਡੀਆਂ ਕਲੀਸਿਆਵਾਂ ਤਰੱਕੀਆਂ ਕਰਨ, ਸਾਡੇ ਕਲੀਸਿਆਵਾਂ ਦੇ ਵਿੱਚ ਪਿਤਾ ਪਰਮੇਸ਼ਰ ਤੇਰੀ ਖੁਸ਼ਖਬਰੀ ਦਾ ਪ੍ਰਚਾਰ ਕਰਨ ਦੀ, ਹੋਰ ਪਿਤਾ ਪਰਮੇਸ਼ਰ ਤੇਰੇ ਵਚਨ ਦਾ ਪ੍ਰਚਾਰ ਕਰਨ ਦਾ, ਔਰ ਪਿਤਾ ਪਰਮੇਸ਼ਰ ਪ੍ਰਭੂ ਭੋਜ ਦੇ ਬਾਰੇ ਪ੍ਰਭੂ ਜੀ ਜੋ ਗੱਲਾਂ ਕੀਤੀ ਜਾਂਦੀਆਂ ਉਹਨਾਂ ਦੀ ਗਤੀਵਿਧੀਆਂ ਦਾ ਪ੍ਰਭੂ ਜੀ ਮਹੱਤਵਪੂਰਨ ਹਿੱਸਾ ਹਮੇਸ਼ਾ ਬਣਿਆ ਰਹੇ। ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ, ਤੁਸੀਂ ਪ੍ਰਾਰਥਨਾ ਨੂੰ ਸੁਣਨ ਵਾਲੇ ਹੋ। ਅੱਜ ਦੇ ਵਚਨ ਦੇ ਅਨੁਸਾਰ ਹਰ ਇੱਕ ਨੂੰ ਆਸ਼ੀਸ਼ ਔਰ ਬਰਕਤ ਦਿਓ। ਯਿਸੂ ਨਾਸਰੀ ਜੀ ਦੇ ਨਾਮ 'ਚ ਮੰਗਦੇ ਹਾਂ, ਆਮੀਨ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।